गुरु नानक पद पंकज बंदना पंकज बंदना सिमरो अंगद दुख निकंदन गुरु अमर दास हृदय नित त्याऊं हृदय श्री गुरु रामदास गुण गुरु अर्जन विघ्नन के नाशक विघ्नन श्री हर गोविंद सुमत पर श्री हर राय नमो कर जोरी नमो श्री हर कृष्ण मनाऊं गुरु तेग बहादुर परम कृपाल परम श्री गुरु गोविंद सिंह तरो तरा पर पुन पुन सीसा मंदों बार बार जग एक ओंकार सतगुरु प्रसाद सच होए वाहिगुरु जी की फतेह है विनाशन सोए वाहिगुरु जी की फतेह है विनाशन सोए दोहरा चढ़े एकाकी सतगुरु आबद खेड़ी ग्राम पहुँचे तिस थल जाय कर उतरे हित विश्राम वाहिगुरु जी का खालसा वाहिगुरु जी की फतेह। आओ गुरु प्यारे गुरु सवारे सत्संगी जनो, रोजाना की तरह पातशाह जी की अपार किरपा बख्शिश का सदका पिछले पहरों के दीवान सजाते हुए आप जी गुरु चरणों विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। आपां विचारां सरवण कर रहे सी जदों धन धन श्री गुरु गोबिंद सिंह महाराज जी एक बार थानेसर दे तीर्थ ते पहुँचे हैं तो उत्थे जा करके बहुत सारिया संगतां नूं धारना कीता है। और एक दिन शामां नूं सतगुरु जी अपने घोड़े ते चढ़ के चल पे हैं एकांकी भाव इकल्ले ही। और आवल खेड़ी नाल पिंड है उत्थे पहुँचते हैं और कुछ समा आराम करने लई उतरते हैं तो उत्थे की घटना घटती है ये विचारा हुण आपां आरंभ करके सरवण करते हैं। उस तो पहला अपनियां ते दासां दीयां गुरु चरनां विच लवाओ हाजरियां। गुरु का बख्शिया फतेह दा नारा करो बुलंद गज के आखो जी वाहिगुरु जी का खालसा वाहिगुरु जी की फतेह। दोहरा चढ़े एकाकी सतगुरु आबल खेड़ी ग्राम ਤਾਂ ਥਾਨੇਸਰ ਦੇ ਮੇਲੇ 'ਚੋਂ ਇੱਕ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਕੱਲੇ ਹੀ ਆਪਣੇ ਘੋੜੇ 'ਤੇ ਸਵਾਰ ਹੋਏ ਤੇ ਆਵਲ ਖੇੜੀ ਨਾਮ ਦੇ ਪਿੰਡ ਪਹੁੰਚੇ ਹਨ। ਪਹੁੰਚੇ ਤਿਸ ਥਲ ਜਾਇ ਕਰ ਉਤਰੇ ਹਿਤ ਵਿਸਰਾਮ ਔਰ ਉੱਥੇ ਪਹੁੰਚ ਕਰਕੇ ਆਰਾਮ ਕਰਨ ਲਈ ਉਤਰੇ ਹਨ। ਇੱਕ ਬ੍ਰਿਦਾਨੇ ਗੁਰੂ ਪਛਾਨੇ ਸ਼ਰਦਾ ਤਿਕ ਪ੍ਰਾਨ ਪਗਠਾਨੇ। ਔਰ ਇੱਕ ਬੁੱਢੀ ਮਾਈ ਨੇ ਬਿਰਧ ਮਾਈ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਛਾਣ ਲਿਆ ਹੈ कि ये तो सतगुरु पातशाह उतरे हैं। उन्हें बड़ी श्रद्धा नाल आके नमस्कार किते हैं। कर गुर है को दीनो एक जाम जब बीतन कीनो। और धन गुरु गोबिंद सिंह महाराज जी के चरणों ते नमस्कार करन तो बाद घोड़े नूं पातशाह जी के घोड़े नूं उसने फड़िया है और उथे खड़िया खड़िया एक पहर बीत गया जी। देखत खोज सिंह चले आए सेवक यार समाज समुदाय। और इस तरह गुरु प्यारे हो
ਇਤਨੇ ਸਿੱਖ ਵੀ ਮਗਰੋਂ ਸਤਿਗੁਰਾਂ ਨੂੰ ਲੱਭਦੇ ਲੱਭਦੇ ਉੱਥੇ ਪਹੁੰਚ ਗਏ। ਤਬ ਕਰ ਜੋਰ ਪ੍ਰੀਤਾ ਕਹਿ ਮਾਈ ਪ੍ਰਭ ਜੀ ਕੁਛ ਪ੍ਰਸਾਦ ਲਿਓ ਖਾਈ। ਤਾਂ ਜਿਸ ਵੇਲੇ ਪਾਤਸ਼ਾਹ ਜੀ ਆਰਾਮ ਕਰਕੇ ਉੱਠੇ, ਕਿਉਂਕਿ ਜਦ ਮੇਰਾ ਖਿਆਲ ਹੈ ਪਹੁੰਚੀ ਹੈ ਤੇ ਸਤਿਗੁਰੂ ਆਰਾਮ ਕਰ ਰਹੇ ਹਨ, ਤੇ ਚਰਨਾਂ ਵਿੱਚ ਨਮਸਕਾਰ ਕਰਕੇ ਉਹ ਖੜ ਗਈ ਹੈ ਘੋੜੇ ਦੇ ਕੋਲ। ਤੇ ਫਿਰ ਜਦੋਂ ਇਹ ਸਿੰਘ ਪਹੁੰਚੇ ਮਗਰੋਂ ਲੱਭਦੇ ਲੱਭਦੇ ਸਤਿਗੁਰਾਂ ਨੂੰ, ਤੇ ਸਤਿਗੁਰੂ ਵੀ ਆਰਾਮ ਦੇ ਵਿੱਚੋਂ ਉੱਠੇ, ਤੇ ਫਿਰ ਮਾਈ ਨੇ ਮੇਵੇ ਨੇ ਬੇਨਤੀ ਕੀਤੀ ਹੈ, ਪਾਤਸ਼ਾਹ ਜੀ ਮੈਂ ਆਪ ਜੀ ਲਈ ਕੁਝ ਭੋਜਨ ਲੈ ਕੇ ਆਵਾਂ ਤਾਂ ਛਕੋਗੇ। ਬਿਨ ਬਿਲੰਬ ਤੇ ਕਰੋ ਤਿਆਰੀ ਅਚੋਹਾ ਪੁਨ ਕਰ ਅਸਵਾਰੀ। ਔਰ ਮਹਾਰਾਜ ਜੀ ਬੜੀ ਜਲਦੀ ਬਿਨਾ ਵਿਲੰਬ ਬਿਨਾ ਦੇਰ ਲਾਇਆ ਮੈਂ ਭੋਜਨ ਤਿਆਰ ਕਰਕੇ ਲੈ ਕੇ ਆਉਣੀ ਆ, ਤੇ ਇੱਥੇ ਹੀ ਛਕ ਲੈਣਾ ਭਾਵੇਂ। ਦੇਖ ਸ਼ਰਧਾ ਕੋ ਸਤਿਗੁਰ ਬੋਲੇ ਹਾਜ਼ਰ ਜੋ ਪ੍ਰਸਾਦ ਹੋਏ ਸੋਲੇ। ਬਾਦਸ਼ਾਹ ਕਹਿਣ ਲੱਗੇ ਮਾਤਾ ਜੀ ਸਪੈਸ਼ਲ ਤਿਆਰ ਕਰਨ ਦੀ ਕੋਈ ਲੋੜ ਨਹੀਂ, ਘਰੇ ਜੋ ਵੀ ਤੇਰੇ ਛਕਣ ਵਾਲੀ ਵਸਤੂ ਪਈ ਹੈ ਪ੍ਰਸ਼ਾਦ ਭਾਵ ਭੋਜਨ ਉਹ ਲੈ ਆ। ਸੁਣ ਬਿਲ ਦਾਤ ਤਕਾਲ ਸਿਦਾਰੀ ਬਾਸਨ ਦੁਗਧ ਉਠਾਵੋ ਭਾਰੀ। ਤੇ ਉਹ ਮਾਤਾ ਘਰੇ ਆਈ ਆ। ਘਰੇ ਆ ਕੇ ਜਿਵੇਂ ਪਿੰਡਾਂ ਵਿੱਚ ਤੌੜੀ ਹਾਰੇ ਵਿੱਚ ਰੱਖੀ ਹੁੰਦੀ ਹੈ ਦੁੱਧ ਗਰਮ ਕਰਨ ਵਾਸਤੇ, ਤੇ ਘਰੇ ਦੁੱਧ ਦੀ ਤੌੜੀ ਪਈ ਸੀ, ਤੇ ਮਾਤਾ ਨੇ ਉਹ ਦੁੱਧ ਵਾਲੀ ਤੌੜੀ ਹੀ ਚੱਕ ਕੇ ਲਿਆਉਣੀ ਕੀਤੀ ਹੈ। ਜੇਕਰ ਮਧੁਰ ਸਹਿਤ ਤਹਿ ਆਈ ਧਰਿਓ ਸਰਬ ਪ੍ਰਭ ਕੇ ਅਗਵਾਈ। ਉਹਨਾਂ ਦਿਨਾਂ 'ਚ ਖੰਡ ਨਹੀਂ ਸੀ ਹੁੰਦੀ, ਸ਼ੱਕਰ ਤੇ ਗੁੜ ਹੁੰਦੇ ਸਨ, ਤੇ ਨਾਲ ਉਹ ਮਿੱਠਾ ਵੀ ਲੈ ਕੇ ਆਈ ਆ। ਤੇ ਜ਼ਿਮੀਂਦਾਰ ਖੇਤੀਬਾੜੀ ਕਰਨ ਵਾਲੇ ਖੇਤਾਂ ਵਿੱਚ ਜਦ ਭੁੱਖ ਲੱਗਦੀ ਆ ਨਾ, ਤੇ ਗੁੜ ਦਾ ਡਲਾ ਤੇ ਨਾਲ ਦੁੱਧ ਦਾ ਗਲਾਸ ਪੀ ਲੈ ਕੇ ਹੀ ਆਪਣੀ ਭੁੱਖ ਨੂੰ ਖਤਮ ਕਰ ਲੈਂਦੇ ਆ, ਤੇ ਇਹ ਵੀ ਇੱਕ ਪੌਸ਼ਟਿਕ ਭੋਜਨ ਹੈ। ਤੋਂ ਮਾਤਾ ਜੀ ਨਾਲ ਮਿੱਠਾ ਲੈ ਕੇ ਆਈ ਹੈ, ਗੁੜ ਜਾਂ ਸ਼ੱਕਰ, ਤੇ ਤੌੜੀ ਦੁੱਧ ਵਾਲੀ ਵੀ ਚੱਕ ਲੈ ਆਈ ਜੀ। ਚੌਥ ਮਿਸ਼ਟਾਨ ਸੋ ਦੁਗਧ ਮਲਾਈ ਸੀਤਲ ਕੀਨਸ ਬਾਇਓ ਚੁਲਾਈ। ਔਰ ਸਤਿਗੁਰਾਂ ਦੇ ਕੋਲ ਲਿਆ ਕਰਕੇ ਉਸ ਨੇ ਦੁੱਧ ਨੂੰ ਮਿੱਠੇ ਦੇ ਨਾਲ ਦੁੱਧ ਨੂੰ ਮਿੱਠਾ ਕੀਤਾ, ਭਾਵ ਮਿੱਠਾ ਮਿਕਸ ਕੀਤਾ ਉਹਦੇ ਵਿੱਚ, ਫਿਰ ਠੰਡਾ ਕੀਤਾ ਜੀ। ਸ਼੍ਰੀ ਪ੍ਰਭ ਕੋ ਭਰ ਦਿਓ ਕਟੋਰਾ ਕਰਿਓ ਪਾਨ ਰੁਚ ਚਿਤਕ ਸੋ ਛੋਰਾ। ਔਰ ਘਰੋਂ ਕਟੋਰੇ ਵੀ ਲੈ ਕੇ ਆਈ ਆ ਜਲ ਛਕਣ ਵਾਸਤੇ, ਦੁੱਧ ਛਕਣ ਵਾਸਤੇ। ਸਤਿਗੁਰਾਂ ਨੂੰ ਕਟੋਰਾ ਛੰਨਾ ਪਹਿਲਾਂ ਹੁੰਦਾ ਸੀ ਮੁੜਵੇਂ ਕਿਨਾਰਿਆਂ ਵਾਲਾ, ਤਾਂ ਐਸੇ ਛੰਨੇ ਜਾਂ ਕਟੋਰੇ ਘਰੋਂ ਲੈ ਕੇ ਆਈ ਆ, ਕੌਲੇ ਵਗੈਰਾ ਉਹਨਾਂ ਦੇ ਵਿੱਚ ਪਾ ਕੇ ਸਤਿਗੁਰਾਂ ਦੇ ਹਜ਼ੂਰ ਪੇਸ਼ ਕੀਤਾ ਹੈ। ਤੇ ਲੋੜ ਮੁਤਾਬਕ ਰੁਚੀ ਮੁਤਾਬਕ ਸਤਿਗੁਰਾਂ ਨੇ ਛਕਣਾ ਕੀਤਾ ਹੈ ਜੀ। ਪੀਛੇ ਕੀਨ ਸਭ ਨਹੀਂ ਪਾਨਾ ਪੁਨ ਸਿੰਘਨ ਪਿਕ ਬਾਕ ਬਖਾਨਾ। ਔਰ ਸਤਿਗੁਰਾਂ ਤੋਂ ਬਾਅਦ ਫਿਰ ਸਾਰੇ ਸਿੰਘਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਛਕ ਲਓ ਵੀ ਤੁਸੀਂ ਵੀ ਮਾਤਾ ਦਾ ਪਿਆਰ ਨਾਲ ਲਿਆਂਦਾ ਭੋਜਨ। ਸ਼ਰਧਾ ਘਣੀ ਪਿਖੀ ਸਮਾਈ ਸੇਵਾ ਕਰੀ ਦੁਗਧ ਬੋ ਲਿਆਈ। ਸਿੰਘਾਂ ਨੇ ਛਕਣ ਤੋਂ ਬਾਅਦ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਇਹ ਮਾਈ ਦੇ ਵਿੱਚ ਬੜਾ ਪਿਆਰ ਪ੍ਰੇਮ ਸ਼ਰਧਾ ਹੈ, ਔਰ ਬੜੀ ਜਲਦੀ ਜਾ ਕਰਕੇ ਘਰੋਂ ਦੁੱਧ ਵਾਲੀ ਤੌੜੀ ਲਿਆ ਕੇ ਛਕਾਉਣਾ ਕੀਤਾ ਜੀ। ਸ਼੍ਰੀ ਮੁਖ ਤੇ ਬੋਲੇ ਮੁਸਕਾਤ ਉਦੇ ਸਿੰਘ ਸੁਣ ਇਸ ਕੀ ਬਾਤ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਨਾਲ ਦੇ ਇੱਕ ਸਿੰਘ ਭਾਈ ਉਦੈ ਸਿੰਘ ਨੂੰ, ਜੋ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਦਾ ਭਾਈ ਹੈ ਸ਼ਾਇਦ, ਇਹ ਕਹਿਣ ਲੱਗੇ ਇਹਦੀ ਗੱਲ ਸੁਣ ਲੈ। ਦਿਨ ਥੋਰਨ ਕਾਇਆ ਹੈ ਤਿਆਗੈ ਜਾਟ ਸਦਨ ਜਨਮੇ ਬੜ ਭਾਗੈ। ਔਰ ਇਹ ਵੱਡੇ ਭਾਗਾਂ ਵਾਲੀ ਮਾਤਾ ਥੋੜੇ ਦਿਨਾਂ ਬਾਅਦ ਸਰੀਰ ਤਿਆਗ ਜਾਵੇਗੀ, ਔਰ ਇਹ ਜ਼ਿਮੀਂਦਾਰਾਂ ਦੇ ਘਰ ਪੈਦਾ ਹੋਈ ਹੈ। ਜਾਟ ਸਦਨ ਭਾਵ ਜ਼ਿਮੀਂਦਾਰਾਂ ਦੇ ਜੱਟਾਂ ਦੇ ਘਰੇ ਪੈਦਾ ਹੋਈ ਹੈ। ਕਾਬਿਸ ਤੇਕ ਸਿਧ ਜਨਮੇ ਹੈ ਜੰਮਣ ਜਤੀ ਨਾਮ ਤਿਸ ਹੈਵ ਹੈ। ਔਰ ਅਗਲਾ ਜਨਮ ਵੀ ਦੱਸਦੇ ਆ ਨਾਲ ਸਤਿਗੁਰੂ, ਕਹਿੰਦੇ ਇਹ ਥੋੜੇ ਦਿਨਾਂ ਬਾਅਦ ਸਰੀਰ ਤਿਆਗ ਜਾਵੇਗੀ, ਫਿਰ ਅੱਗੇ ਜਾਟਾਂ ਦੇ ਘਰ ਪੈਦਾ ਹੋਵੇਗੀ, ਤੇ ਫਿਰ ਇਸ ਦੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਜਿਹੜਾ ਜਨਮ ਸਿੱਧ ਹੋਵੇਗਾ, ਭਾਵ ਜਨਮ ਤੋਂ ਹੀ ਜਿਹੜਾ ਭਗਤੀ ਭਾਵਨਾ ਵਾਲਾ ਹੋਵੇਗਾ, ਜੰਮਦਾ ਹੀ ਜਤੀ ਸਤੀ ਹੋਵੇਗਾ। ਮਾਨੀ ਨੇ ਸਭ ਲੋਕਨ ਕਰਾ ਬਚਨ ਸ਼ਕਤ ਤਰ ਗੁਣਨ ਬਡੇਰਾ। ਔਰ ਸੰਸਾਰ ਉਸ ਨੂੰ ਜਤੀ ਸਤੀ ਕਰਕੇ ਮੰਨਣਗੇ ਉਸ ਭਗਤ ਨੂੰ, ਜਿਵੇਂ ਭਾਈ ਭਗਤੂ ਜੀ ਦੇ ਪਰਥਾਏ ਜਦ ਬਾਬੇ ਆਦਮ ਅਤੇ ਉਸ ਦੀ ਘਰਵਾਲੀ ਨੇ ਜਾ ਕੇ ਹਰਮੰਦਰ ਸਾਹਿਬ ਸੇਵਾ ਕੀਤੀ, ਔਰ ਬਾਬਾ ਜੀ ਨੇ ਲੱਕੜਾਂ ਲਿਆਉਣੀਆਂ, ਮਾਈ ਨੇ ਸੇਵਾ ਕਰਨੀ, ਤੇ ਇੱਕ ਦਿਨ ਬੜੀ ਠੰਡ ਸੀਗੀ ਤੇ ਕੁਝ ਬਾਬਾ ਲੱਕੜਾਂ ਸਟੋਰ ਕਰ ਲੈਂਦਾ, ਕੁਝ ਲੰਗਰ 'ਚ ਪਾ ਦਿੰਦਾ, ਤੇ ਠੰਡ ਕਰਕੇ ਕਹਿੰਦੇ ਸਟੋਰ ਕੀਤੀਆਂ ਲੱਕੜਾਂ ਜਿਹੜੀਆਂ ਸਨ ਇੱਕ ਦਿਨ
ਉਹਨੇ ਸਿੱਖਾਂ ਨੂੰ ਵੰਡ ਦਿੱਤੀਆਂ ਕਿ ਧੂਣੀਆਂ ਪਾ ਲਓ, ਠੰਡ ਬਹੁਤ ਹੈ। ਧੂਣੀਆਂ ਪੈ ਗਈਆਂ। ਸਤਿਗੁਰੂ ਰਾਮਦਾਸ ਜੀ ਨੇ ਗੁਰਦੁਆਰਾ ਗੁਰੂ ਕੇ ਮਹਿਲਾਂ ਤੋਂ ਅੱਗ ਦਾ ਪ੍ਰਕਾਸ਼ ਵੇਖਿਆ ਬਹੁਤ, ਤੇ ਜਦ ਦੇਖਿਆ ਤੇ ਵੀ ਇੰਨੀਆਂ ਧੂਣੀਆਂ ਪਾਈਆਂ ਹੋਈਆਂ। ਉਦੋਂ ਇੰਨੀਆਂ ਬਿਲਡਿੰਗਾਂ ਨਹੀਂ ਸੀ, ਖੁੱਲ੍ਹਾ ਹੀ ਥਾਂ ਸੀਗਾ। ਤੜਕੇ ਪੁੱਛਿਆ ਵੀ ਇਹ ਧੂਣੀਆਂ ਤੜਕੇ ਤੁਸੀਂ ਰਾਤ ਇੰਨੀਆਂ ਕਿੱਥੋਂ ਪਾਈਆਂ, ਕਿੱਥੋਂ ਲੱਕੜ ਲਈ? ਸੰਗਤਾਂ ਕਹਿੰਦੀਆਂ ਜੀ ਆਪਣੇ ਬਾਬਾ ਆਦਮ ਸੇਵਾ ਕਰਦਾ ਨਾ, ਤੇ ਉਸ ਨੇ ਰੋਜ਼ਾਨਾ 2 ਗੇੜੇ ਲਾਉਂਦਾ, ਇੱਕ ਸਟੋਰ ਕਰ ਲੈਂਦਾ ਸੀ ਤੇ ਇੱਕ ਲੰਗਰ 'ਚ ਪਾ ਦਿੰਦਾ ਸੀਗਾ। ਤੇ ਕੱਲ ਠੰਡ ਬਹੁਤ ਸੀ ਤੇ ਉਸ ਨੇ ਸੰਗਤ ਨੂੰ ਵੰਡ ਦਿੱਤੀ ਲੱਕੜ ਵੀ ਸੇਕ ਲਓ ਅੱਗ ਮਚਾ ਕੇ। ਅੱਛਾ ਸਦੋ ਕਿੱਥੇ ਆ ਬਾਬਾ ਆਦਮ? ਬਾਬੇ ਆਦਮ ਨੂੰ ਸੱਦਿਆ ਗਿਆ। 60-65 ਸਾਲ ਦੀ 70 ਸਾਲ ਦੀ ਉਮਰ ਹੈ ਬਾਪੂ ਦੀ। ਸਤਿਗੁਰੂ ਚੌਥੇ ਪਾਤਸ਼ਾਹ ਜੀ ਕਹਿਣ ਲੱਗੇ ਬਾਬਾ ਜੀ ਤੇਰੀ ਸੇਵਾ ਪ੍ਰਵਾਨ ਹੋਈ ਹੈ, ਤੈਨੂੰ ਕੀ ਚਾਹੀਦਾ? ਹੁਣ ਵੱਡੀ ਉਮਰ ਕਰਕੇ ਇਹਨਾਂ ਦੇ ਘਰ ਕੋਈ ਬੱਚਾ ਨਹੀਂ ਸੀ ਤੇ ਸ਼ਰਮਾ ਗਿਆ। ਕਹਿੰਦਾ ਜੀ ਛੱਡੋ ਕੁਛ ਨਹੀਂ ਚਾਹੀਦਾ, ਹੁਣ ਬਸ ਜ਼ਿੰਦਗੀ ਸਫਲੀ ਹੋ ਜੇ। ਕਹਿੰਦੇ ਨਹੀਂ, ਜਿਹੜੀ ਭਾਵਨਾ ਲੈ ਕੇ ਆਇਆ ਉਹ ਭਾਵਨਾ ਦੱਸ। ਕਹਿੰਦਾ ਜੀ ਮੈਥੋਂ ਕੁਛ ਨਹੀਂ ਕਿਹਾ ਜਾਂਦਾ, ਬਸ ਠੀਕ ਹੈ। ਕਹਿੰਦੇ ਇੱਕ ਬਚਨ ਹੋਰ ਰਹਿ ਗਿਆ, ਕੱਲ ਨੂੰ ਆਪਣੀ ਘਰਵਾਲੀ ਨਾਲ ਲੈ ਕੇ ਆਈ, ਫਿਰ ਗੱਲ ਕਰਾਂਗੇ। ਦੂਜੇ ਦਿਨ ਫਿਰ ਬਾਬਾ ਆਦਮ ਆਪਣੀ ਘਰਵਾਲੀ ਬਜ਼ੁਰਗ ਮਾਈ ਨੂੰ ਨਾਲ ਲੈ ਕੇ ਆਇਆ। ਪਾਤਸ਼ਾਹ ਕਹਿੰਦੇ ਮਾਤਾ ਜੀ ਤੁਹਾਡੀ ਸੇਵਾ ਸਫਲੀ ਹੋਈ ਆ, ਮੈਂ ਤੁਹਾਨੂੰ ਕੁਝ ਇਹਦੇ ਵੱਟੇ ਦੇਣਾ ਚਾਹੁੰਦਾ। ਕਿਉਂਕਿ ਗੁਰੂ ਵੀ ਫਿਰ ਦੇਣ ਨੂੰ ਕਾਹਲਾ ਹੋ ਜਾਂਦਾ ਜੇ ਸਿੱਖ ਦੀ ਸੇਵਾ ਭਾਵਨਾ ਵਾਲੀ ਸ਼ਰਧਾ ਵਾਲੀ ਹੋਵੇ। ਗੁਰੂ ਕਹਿੰਦਾ ਮੈਂ ਦੇਣਾ ਚਾਹੁੰਦਾ, ਤੇ ਮਾਤਾ ਜੀ ਕਹਿੰਦੇ ਜੀ ਜੇ ਦੇਣਾ ਚਾਹੁੰਦੇ ਹੋ ਤੇ ਸਾਡੀ ਕੋਲ ਸੰਪਤੀ ਬਹੁਤ ਹੈ, ਜਾਇਦਾਦ ਬਹੁਤ ਹੈ, ਪਰ ਵਾਰਸ ਤੋਂ ਬਗੈਰ ਐਵੇਂ ਜਾਂਦੀ ਆ। ਇੱਕ ਬੱਚੇ ਦੀ ਭੁੱਖ ਸੀਗੀ ਤੇ ਪਾਤਸ਼ਾਹ ਨੇਤਰ ਬੰਦ ਕਰਕੇ ਕਹਿਣ ਲੱਗੇ ਮਾਤਾ ਜੀ ਤੁਹਾਡੇ ਭਾਗਾਂ ਵਿੱਚ ਤਾਂ ਬੱਚਾ ਹੈ ਹੀ ਨਹੀਂਗਾ। ਕਹਿੰਦੇ ਇਹ ਤਾਂ ਸਾਨੂੰ ਪਤਾ ਹੀ ਆ ਮਹਾਰਾਜ, ਪਰ ਤੁਸੀਂ ਸੇਵਾ ਕੀਤੀ ਆ ਮੈਨੂੰ ਦੇਣਾ ਪੈਣਾ, ਇਸ ਕਰਕੇ ਮੇਰੇ ਘਰ 4 ਪੁੱਤਰ ਪੈਦਾ ਹੋਣੇ ਆ, 3 ਪੈਦਾ ਹੋ ਚੁੱਕੇ ਆ, ਚੌਥਾ ਅਸੀਂ ਤੁਹਾਡੇ ਘਰੇ ਭੇਜਦੇ ਹਾਂ। ਕੋਈ ਸਤਨਾਮ। ਉਹ ਜਨਮ ਤੋਂ ਹੀ ਭਗਤ ਹੋਵੇਗਾ ਤੇ ਉਹਦਾ ਨਾਮ ਭਗਤੂ ਰੱਖਣਾ। ਤੇ ਬਾਬੇ ਆਦਮ ਦੇ ਘਰੇ ਭਾਈ ਭਗਤੂ ਜੀ ਇੱਦਾਂ ਪੈਦਾ ਹੋਏ। ਤੇ ਇੱਦਾਂ ਦੀ ਹੀ ਗੱਲ 10ਵੇਂ ਪਾਤਸ਼ਾਹ ਜੀ ਇੱਥੇ ਕਰ ਰਹੇ ਨੇ ਕਿ ਇਹ ਮਾਈ ਥੋੜ੍ਹੇ ਦਿਨਾਂ ਬਾਅਦ ਸਰੀਰ ਤਿਆਗ ਕੇ ਅਗਲਾ ਜਨਮ ਇਸ ਨੂੰ ਫਿਰ ਇਸਤਰੀ ਜਾਮੇ ਦਾ ਮਿਲੇਗਾ ਔਰ ਜ਼ਿਮੀਂਦਾਰਾਂ ਦੇ ਜੱਟਾਂ ਦੇ ਘਰ ਪੈਦਾ ਹੋਵੇਗੀ। ਉੱਥੇ ਇਹਦੇ ਇੱਕ ਪੁੱਤਰ ਹੋਵੇਗਾ ਜੋ ਜੰਮਣ ਤੋਂ ਹੀ ਜਤੀ ਸਤੀ ਸਿੱਧ ਹੋਵੇਗਾ। ਅਚਰਜ ਉਦੈ ਸਿੰਘ ਸੁਨਹਿ ਬਕੈ, ਪੂਜਨ ਕਰੇ ਆਪਣੇ ਹਿਤ ਪੈਕੈ। ਔਰ ਮਾਨਣੀਆਂ ਸਭ ਲੋਕਨ ਘੇਰਾ, ਸਾਰੀ ਦੁਨੀਆ ਉਹਦਾ ਸਤਿਕਾਰ ਕਰੇਗੀ। ਬਚਨ ਸ਼ਕਤਮੈ ਗੁਣ ਵਡੇਰਾ, ਉਹਦੇ ਬਚਨਾਂ ਵਿੱਚ ਸ਼ਕਤੀ ਹੋਵੇਗੀ। ਭਾਈ ਉਦੈ ਸਿੰਘ ਬੜਾ ਹੈਰਾਨ ਹੋਇਆ, ਫਿਰ ਆਪਣੇ ਬਾਰੇ ਪੁੱਛਣ ਲੱਗਿਆ। ਸ਼੍ਰੀ ਪ੍ਰਭੂ ਭੂਤ ਭਵਿਖਿਤ ਗਿਆਤਾ, ਜਥਾ ਬਦਰ ਫਲ ਕਰ ਪਰ ਜਾਤਾ। ਮਹਾਰਾਜ ਤੁਸੀਂ ਤਾਂ ਤਿੰਨਾਂ ਸਮਿਆਂ ਨੂੰ ਜਾਣਨ ਵਾਲੇ ਹੋ, ਭੂਤ ਤੇ ਭਵਿੱਖਤ, ਬੀਤਿਆ ਹੋਇਆ ਸਮਾਂ ਤੇ ਆਉਣ ਵਾਲਾ ਸਮਾਂ ਤੇ ਵਰਤਮਾਨ ਤਾਂ ਆਪਾਂ ਸਾਰੇ ਜਾਣਦੇ ਆ, ਪਰ ਆਉਣ ਜਾਣ ਵਾਲੇ ਸਮੇਂ ਦਾ ਨਹੀਂ ਪਤਾ। ਤੇ ਮਹਾਰਾਜ ਕਿਰਪਾ ਕਰੋ, ਕਰੋ ਬਤਾਵਣ ਕੁਝ ਗਤ ਮੇਰੀ, ਕਹਾ ਜਨਮ ਕੋ ਧਰਹੁ ਫੇਰੀ। ਤੁਹਾਨੂੰ ਤਾਂ ਸਾਰੀ ਦੁਨੀਆ ਤੇ ਆਉਣ ਵਾਲਾ ਸਮਾਂ ਐਂ ਦਿਸਦਾ ਜਿਵੇਂ ਕੋਈ ਹੱਥ ਉੱਤੇ ਬਦਰੀ ਫਲ ਬੇਰੀ ਦਾ ਫਲ ਬੇਰ ਜਾਂ ਔਲਾ ਰੱਖ ਕੇ ਦੇਖੇ। ਤੇ ਮੇਰੇ ਬਾਰੇ ਵੀ ਕੁਝ ਦੱਸੋ, ਮੇਰਾ ਕਿੱਥੇ ਜਨਮ ਹੋਵੇਗਾ? ਪ੍ਰੈ ਸੇਵਕ ਤੇ ਸੁਣਤ ਉਚਾਰੀ, ਪੰਥ ਕਾਰ ਸੇ ਕੀ ਸਰਦਾਰੀ। ਕਹਿਣ ਲੱਗੇ ਉਹਦੇ ਸਿਆ ਤੈਨੂੰ ਤਾਂ ਮੈਂ ਖਾਲਸਾ ਪੰਥ ਦਾ ਸਰਦਾਰ ਜਰਨੈਲ ਬਣਾਵਾਂਗਾ। 4 ਬਾਰ ਲੈ ਕਰ ਹੋਏ ਮਾਲਕ, ਕਰੇ ਰਾਜ ਭਾਰੀ ਮਹਿ ਪਾਲਕ। 4 ਵਾਰ ਲੈ ਕਰ ਹੋਏ ਮਾਲਕ, 4 ਵਾਰ ਤੂੰ ਰਾਜਾ ਹੋਵੇਂਗਾ ਤੇ ਭਾਰੀ ਰਾਜ ਕਰੇਗਾ। ਬਾਰ ਪੰਚਮੀ ਉਪਜੇ ਤਬੈ, ਮੌਨ ਗਾਰ ਕੀ ਪ੍ਰਾਪਤ ਜਬੈ। ਤੇ 4 ਜਨਮਾਂ ਤੋਂ ਬਾਅਦ ਜਿਹੜਾ ਤੇਰਾ 5ਵਾਂ ਜਨਮ ਹੋਵੇਗਾ ਤਾਂ ਤੈਨੂੰ ਮੋਨ ਗਾਰ ਕੀ ਹਾਕਮ ਦੀ ਪਦਵੀ ਪ੍ਰਾਪਤ ਹੋਵੇਗੀ। ਹੋਏ ਕਰਤਾਰ ਕੋਇ ਮਹੀ ਭਾਣਾ, ਰਾਜ ਖਾਲਸਾ ਕਰੇ ਮਹਾਨਾ। ਔਰ ਇਹ ਕਰਤਾਰ ਦਾ ਭਾਣਾ ਹੈ, ਖਾਲਸਾ ਪੰਥ ਦਾ ਰਾਜ ਬਹੁਤ ਤਕੜਾ ਵੱਡਾ ਹੋਵੇਗਾ। ਇਮ ਕੈ ਸਤਿਗੁਰ ਚੜ ਕਰ ਚਲੇ, ਡੇਰਾ ਆਨ ਕਰਿਓ ਇੱਕ ਥਲੇ। ਇੰਨੀਆਂ ਵਿਚਾਰਾਂ ਕਰਨ ਤੋਂ ਬਾਅਦ ਉਹ ਮਾਤਾ ਵੀ ਜਲ ਪਾਣੀ ਛਕਾ ਕੇ ਚਲੀ ਗਈ ਤੇ ਪ੍ਰੀਤਮ ਨੇ ਇੱਥੋਂ ਚਾਲੇ ਪਾ ਦਿੱਤੇ। ਇੱਕ ਹੋਰ ਥਾਂ ਤੇ ਜਾ ਕੇ ਉਤਾਰਾ ਕਰਦੇ ਹਨ।
ਡੇਰਾ ਕਰਦੇ ਹਨ। ਕ੍ਰਮ ਕ੍ਰਮ ਮਗ ਉਲੰਘ ਕਰ ਆਏ, ਬਸੇ ਗ੍ਰਾਮ ਚਮਕੌਰ ਜਿਥਾਏ। ਔਰ ਚਲਦੇ ਚਲਦੇ ਜਿੱਥੇ ਚਮਕੌਰ ਸਾਹਿਬ ਦਾ ਇਲਾਕਾ ਹੈ, ਚਮਕੌਰ ਦੀ ਗੜੀ ਜਿੱਥੇ ਬਾਅਦ ਵਿੱਚ ਜੰਗ ਵਾਸਤੇ ਪਹੁੰਚੀ, ਉੱਥੇ ਪਹਿਲਾਂ ਵੀ ਇੱਕ ਵਾਰੀ ਚਰਨ ਪਾਉਂਦੇ ਹਨ। ਉਤਰ ਭਰੇ ਕਰ ਬਹਿਤ ਡੇਰਾ, ਆਇਓ ਸਕਲ ਬਹਿਰ ਪਛੇਰਾ। ਔਰ ਚਮਕੌਰ ਨਗਰ ਦੇ ਵਿੱਚ ਉਤਰ ਪਏ ਹਨ। ਪਿੱਛੇ ਹੀ ਸਤਿਗੁਰਾਂ ਦੇ ਸਿੰਘ ਬਹੀਰ ਸਾਰਾ ਆ ਗਿਆ। ਸਗਲ ਤੁਰੰਗਮ ਦੇ ਲਗਾਏ, ਤ੍ਰਿਦਾਨਾ ਆਨਿਓ ਸਮਦਾਏ। ਔਰ ਉਤਾਰਾ ਕਰਕੇ ਘੋੜਿਆਂ ਨੂੰ ਸਾਰਿਆਂ ਸਿੰਘਾਂ ਨੇ ਬੰਨ੍ਹ ਦਿੱਤਾ, ਜਿੱਥੇ ਜਿੱਥੇ ਜਗ੍ਹਾ ਮਿਲੀ ਉਹਨਾਂ ਨੂੰ, ਤੇ ਉਹਨਾਂ ਨੂੰ ਘਾਹ ਦਾਣਾ ਵੀ ਪਾਉਣਾ ਕੀਤਾ ਲਿਆ ਕੇ। ਖਾਨ ਪਾਨ ਸਭੇਨ ਤੈ ਕਰਕੇ, ਭਈ ਜਾਵਨੀ ਸੁਪਤੇ ਪਰਕੈ। ਔਰ ਉੱਥੇ ਰਾਤ ਪੈ ਗਈ ਆ। ਭੋਜਨ ਪ੍ਰਸ਼ਾਦਾ ਜੋ ਵੀ ਉਹਨਾਂ ਨੂੰ ਮਿਲਿਆ ਉਹਨਾਂ ਨੇ ਛਕਣਾ ਕੀਤਾ, ਫਿਰ ਆਰਾਮ ਕਰਨ ਲੱਗੇ ਜੀ। ਰਾਤ ਪਾਛਲੀ ਜਾਗਨ ਕਰੇ, ਗੁਰਬਾਣੀ ਕੋ ਸਿੰਘਨ ਰਰੇ। ਔਰ ਫਿਰ ਪਿਛਲੀ ਰਾਤ ਪਹਿਰ ਰਾਤ ਰਹਿੰਦੀ ਸਿੰਘ ਉੱਠਦੇ ਹਨ ਔਰ ਗੁਰਬਾਣੀ ਨੂੰ ਜਪਦੇ ਹਨ, ਗਾਉਂਦੇ ਹਨ। ਸੱਦੂ ਮੱਦੂ ਆਸਾਵਾਰ, ਕੀਰਤਨ ਕਰਤੇ ਰਾਗ ਸੁਧਾਰ। ਸੱਦੂ ਮੱਦੂ ਇਹ ਰਾਗੀ ਆ ਸਤਿਗੁਰਾਂ ਦੇ ਸਮੇਂ ਦੇ। ਇਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਾ ਹੈ। ਸੋਚ ਇਸ਼ਨਾਨ ਕਰਿਓ ਪ੍ਰਭ ਤੇਰੇ, ਵਸਤਰ ਸ਼ਸਤਰ ਕੋ ਪਹਿਰਨ ਕਰੇ। ਇਉਂ ਅੰਮ੍ਰਿਤ ਵੇਲੇ ਸਿੰਘ ਆਪੋ ਆਪਣੇ ਨਿਤਨੇਮ ਕਰਨ ਲੱਗੇ, ਸੱਦੂ ਮੱਦੂ ਆਸਾ ਜੀ ਕੀ ਵਾਰ ਗਾਉਣ ਲੱਗੇ। ਪ੍ਰੀਤਮ ਜੀ ਵੀ ਤਿਆਰ ਪਰ ਤਿਆਰ ਹੋ ਕੇ ਆਪ ਰਾਜੇ ਹਨ। ਭਈ ਬਰਾਤ ਪਿਕ ਥਲ ਅਬਿਰਾਮ, ਸਤਿਗੁਰ ਕੀ ਨਸ ਤਾਹਾ ਮੁਕਾਮ। ਔਰ ਦਿਨ ਚੜ ਗਿਆ ਹੈ, ਬੜਾ ਸੁੰਦਰ ਇਲਾਕਾ ਪਾਤਸ਼ਾਹ ਨੂੰ ਭਾਇਆ, ਤੇ ਇੱਥੇ ਕਹਿੰਦੇ ਆਪਾਂ ਰੁਕਾਂਗੇ ਅੱਜ। ਦਿਵਸ ਚੜੇ ਤੇ ਸਿੱਖ ਸਮਦਾਹੇ, ਨਮੋ ਕਰੇ ਦੀਵਾਨ ਲਗਾਏ। ਇਤਨੇ ਦਿਨ ਚੜ ਗਿਆ ਹੈ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਇੱਥੇ ਅੱਜ ਆਪਾਂ ਖੁੱਲੇ ਦੀਵਾਨ ਸਜਾਵਾਂਗੇ। ਦੀਵਾਨ ਸਜ ਗਏ ਜੀ। ਜੈ ਜੈ ਸੁਧ ਹੋਏ ਜਿਸ ਗਾਹੋ, ਦਰਸ਼ਨ ਹਿਤ ਆਏ ਚਿਤ ਲਾਓ। ਔਰ ਜਿਵੇਂ ਜਿਵੇਂ ਆਸੇ ਪਾਸੇ ਨਗਰ ਨਿਵਾਸੀਆਂ ਨੂੰ ਪਤਾ ਲੱਗਿਆ ਕਿ 10ਵੇਂ ਪਾਤਸ਼ਾਹ ਇਸ ਇਲਾਕੇ 'ਚ ਆਏ ਅਨੰਦਪੁਰ ਸਾਹਿਬ ਵਾਲੇ, ਉਦੋਂ ਅਨੰਦਪੁਰ ਸਾਹਿਬ ਵਾਲੇ ਬਾਬਾ ਜੀ ਕਹਿੰਦੇ ਹੋਣਗੇ, ਕੋਈ ਸਤਰੰਗ, ਕੋਈ ਕਲਗੀਆਂ ਵਾਲਾ ਕਹਿੰਦਾ ਹੋ, ਕੋਈ ਬਾਜਾਂ ਵਾਲਾ ਕਹਿੰਦਾ ਹੋ। ਕਹਿੰਦੇ ਅਨੰਦਪੁਰ ਸਾਹਿਬ ਵਾਲੇ ਬਾਬਾ ਜੀ ਆਏ ਐ ਤੇ ਸੰਗਤਾਂ ਜਿਹੜੀਆਂ ਦਰਸ਼ਨਾਂ ਲਈ ਆਉਣ ਲੱਗੀਆਂ ਹੁਮ ਹੁਮਾ ਕੇ। ਦੁਗਧ ਦਹੀਲੇ ਰਸਤ ਕਨੇਰੀ, ਅਰਬ ਉਪਾਇਨ ਬਹੁਤ ਸਵੇਰੀ। ਔਰ ਖਾਣ ਪੀਣ ਵਾਲੀਆਂ ਵਸਤੂਆਂ, ਦੁੱਧ ਦਹੀਂ ਭੋਜਨ ਆਦਿ ਅਤੇ ਹੋਰ ਭੇਟਾਵਾਂ ਲੈ ਕੇ ਆ ਰਹੇ ਹਨ। ਪਸ਼ਚਮ ਦਿਸ਼ ਕੀ ਸੰਗਤ ਕਣੀ, ਸਤਿਗੁਰ ਕੀ ਸੁਦਿਤ ਕੀ ਸੁਣੀ। ਇਧਰ ਪੱਛਮ ਵਾਲੇ ਪਾਸਿਓਂ ਵੀ ਸੰਗਤ ਸਤਿਗੁਰਾਂ ਨੂੰ ਮਿਲਣ ਆਈ ਸੀ, ਪਰ ਸਤਿਗੁਰ ਤਾਂ ਅਨੰਦਪੁਰ ਸਾਹਿਬ ਤੋਂ ਥਾਨੇਸਰ ਚਲੇ ਗਏ। ਮਗਰੇ ਮਗਰੇ ਉਹ ਸੰਗਤ ਲੱਭਦੀ ਲੱਭਦੀ ਥਾਨੇਸਰ ਤੋਂ ਪਤਾ ਲੱਗਿਆ ਅੱਗੇ ਚਲੇ ਗਏ। ਫਿਰ ਮਗਰੇ ਮਗਰ ਇਹ ਪੱਛਮ ਵਾਲੀ ਸੰਗਤ ਵੀ ਅੱਜ ਇੱਥੇ ਪਹੁੰਚੀ ਹੈ ਮਗਰੇ ਹੀ। ਇੱਕ ਦਿਨ ਬੀਤੇ ਸੋ ਚਲ ਆਏ, ਪ੍ਰੇਮੀ ਸਿੱਖ ਹੋਤੇ ਅਧਿਕਾਈ। ਉਹਨਾਂ ਵਿੱਚ ਵੀ ਸਤਿਗੁਰਾਂ ਨੂੰ ਪਿਆਰ ਕਰਨ ਵਾਲੇ ਬਹੁਤ ਸਿੱਖ ਸਨ। ਬਾਲਕ ਬੁਖਾਰਾ ਅਰ ਕੰਧਾਰ, ਗਜਨੀ ਕਾਬਲ ਨਗਰ ਉਧਾਰ। ਪੱਛਮ ਦੇ ਇਲਾਕੇ ਦੀ ਭਾਵ ਇਹ ਪਾਕਿਸਤਾਨ ਵਾਲੇ ਪਾਸੇ ਨੂੰ ਪੱਛਮ ਕਹਿੰਦੇ ਹਨ। ਇਸ ਇਲਾਕੇ ਦੀ ਬਲਖ ਬੁਖਾਰੇ ਦੀ, ਕੰਧਾਰ ਦੀ, ਗਜਨੀ ਦੀ, ਕਾਬਲ ਦੀ, ਜਿੱਥੇ ਜਿੱਥੇ ਬਾਬੇ ਨਾਨਕ ਨੇ ਚਰਨ ਪਾਏ ਆ ਉੱਥੇ ਉੱਥੇ ਸਿੱਖੀ ਦੇ ਪੌਦੇ ਲੱਗੇ ਆ, ਉੱਥੋਂ ਸੰਗਤਾਂ ਆਉਂਦੀਆਂ ਹਨ। ਪੁਰੀ ਜਲਾਲਾਬਾਦ ਪੇਸ਼ੌਰ, ਸਾਬੁਰ ਕੇ ਹੈ ਕੈ ਇੱਕ ਠੌਰ। ਔਰ ਇਹ ਸਾਰਾ ਜਥਾ ਇਕੱਠਾ ਹੋ ਕੇ ਜਲਾਲਾਬਾਦ ਆਪਣੇ ਵਿੱਚ ਵੀ ਪੈਂਦਾ, ਜਲਾਲਾਬਾਦ ਪਾਕਿਸਤਾਨ 'ਚ ਵੀ ਪੈਂਦਾ ਇੱਕ, ਪਸ਼ੌਰ ਦੇ ਇਲਾਕੇ ਦੇ ਲੋਕ ਇਹ ਸਾਰੇ ਇਕੱਠੇ ਹੋ ਕੇ ਦਰਸ਼ਨਾਂ ਹਿਤ ਆ ਰਹੇ ਹਨ। ਦਰਸ਼ਨ ਕਾਰਨ ਮਿਲ ਕਰ ਚਲੇ, ਆਏ ਗ੍ਰਾਮ ਚਮਕੌਰ ਸੋ ਮਿਲੇ। ਤੋ ਇਸ ਤਰ੍ਹਾਂ ਇਹ ਸਾਰਾ ਜਥਾ ਸਤਿਗੁਰਾਂ ਦੀ ਪੈੜ ਦਬਦਾ ਹੋਇਆ ਲੱਭਦੇ ਲੱਭਦੇ ਚਮਕੌਰ ਸਾਹਿਬ ਆ ਮਿਲੇ ਹਨ। ਸਤਿਗੁਰ ਬੈਠੇ ਸਭਾ ਲਗਾਏ, ਸੰਗਤ ਨੇ ਅਕੌਰ ਸਮਦਾਏ। ਔਰ ਪ੍ਰੀਤਮ ਨੇ ਦੀਵਾਨ ਸਜਾਇਆ ਤੇ ਸੰਗਤਾਂ ਨੇ ਲਿਆਂਦੀਆਂ ਭੇਟਾਵਾਂ ਮੱਥਾ ਟੇਕੀਆਂ ਹਨ। ਅਰਪ ਅਰਪ ਕਰ ਪਗ ਸਿਰ ਧਰੈ, ਬੈਠ ਸਮੀਪ ਦਰਸ ਕੋ ਕਰੈ। ਔਰ ਸਾਹਮਣੇ ਰੱਖ ਕੇ ਲਿਆਂਦੀਆਂ ਹੋਈਆਂ ਭੇਟਾਵਾਂ ਨਮਸਕਾਰ ਕਰਕੇ ਸਾਹਮਣੇ ਜਿੱਥੇ ਥਾਂ ਮਿਲਿਆ ਚੌਂਕੜੇ ਮਾਰ ਕੇ ਸਜ ਗਏ। ਸਿੱਖ ਮੁਖੀ ਜੇ ਸੰਗਤ ਕੇਰੇ, ਹੱਥ ਜੋਰ ਬੋਲੇ ਤਿਸ ਬੇਰੇ। ਇਹਨਾਂ ਜਥੇ ਦੇ ਵੀ ਜਿਹੜੇ ਮੁਖੀ ਸਿੱਖ ਸਨ ਉਹਨਾਂ ਨੇ ਹੱਥ ਬੰਨ੍ਹ ਕੇ ਇੱਕ
ਬੇਨਤੀ ਕੀਤੀ ਹੈ। ਪ੍ਰਭ ਜੀ ਦਰਸ਼ਨ ਹੋਏ ਭਲੇ, ਗੁਰ ਕਰਤੀ ਬਖਸ਼ਿਸ਼ ਕੁਝ ਮਿਲੇ। ਮਹਾਰਾਜ ਬੜੀ ਕਿਰਪਾ ਹੋਈ, ਅੱਜ ਲੰਮੇ ਸਮੇਂ ਤੋਂ ਦਰਸ਼ਨਾਂ ਦੀ ਇੱਛਾ ਸੀ, ਅੱਜ ਤੁਹਾਡੇ ਦਰਸ਼ਨ ਹੋਏ ਹਨ। ਠਹਿਰੋ ਸ੍ਰੀ ਗੁਰ ਬਾਕ ਅਲਾਭੈ, ਧਨ ਕੋ ਦੇਵੇਂਗੇ ਮਰਵਾਵੈ। ਤਾਂ ਪਾਤਸ਼ਾਹ ਜੀ ਕਹਿੰਦੇ ਠਹਿਰੋ, ਗੁਰੂ ਸਾਹਿਬ ਕਹਿੰਦੇ ਠਹਿਰੋ, ਦੇਵਾਂਗੇ ਧਨ ਮਰਵਾਵਾਂਗੇ। ਸੁਣ ਸਿੱਖ ਦੂਸ਼ਣ ਪੀਤਰ ਤਰਾਸਾ, ਕਹਾਂ ਬਾਕੇ ਗੁਰੂ ਪ੍ਰਕਾਸ਼ਾ। ਸਤਿਗੁਰਾਂ ਦੀਆਂ ਰਮਜਾਂ ਹੁੰਦੀਆਂ, ਦੇਵਾਂਗੇ ਧਨ ਸੋਨੂੰ ਮਰਵਾਵਾਂਗੇ। ਇਹ ਸੁਣ ਕੇ ਸਾਰੇ ਡਰ ਗਏ ਵੀ ਆਹ ਗੁਰੂ ਸਾਹਿਬ ਨੇ ਕੀ ਕਹਿ ਦਿੱਤਾ। ਕਰ ਵਿਚਾਰ ਬੋਲੇ ਤੈ ਸਮੈ, ਦੇਹੋ ਹੁਕਮ ਤੰਦ ਕੋ ਹਮੈ। ਸਤਿਗੁਰੂ ਉਸੇ ਸਮੇਂ ਵਿਚਾਰ ਕਰਕੇ ਬੋਲੇ, ਘਰ-ਬਾਰ ਦੇ ਧੰਦੇ ਦਾ ਸਾਨੂੰ ਹੁਕਮ ਦੇਵੋ ਮਹਾਰਾਜ। ਅਸੀਂ ਮੰਗਿਆ ਵੀ ਸਾਡੇ ਕੰਮਕਾਰ ਵਧੀਆ ਚੱਲ ਪੈਣ, ਅਸੀਂ ਆ ਧਨ ਦੀ ਗੱਲ ਨਹੀਂ ਕੀਤੀ, ਮਾਰਨ ਮਰਾਉਣ ਦੀ ਗੱਲ ਨਹੀਂ ਕੋਈ ਕੀਤੀ। ਸਾਨੂੰ ਕੋਈ ਐਸਾ ਬਚਨ ਦਿਓ ਕਿ ਸਾਡੇ ਧੰਦੇ ਚੱਲ ਪੈਣ। ਅਰੇ ਬਖਸ਼ੋ ਜੀਵਨ ਕੀ ਖੁਸ਼ੀ, ਕਿਰਪਾ ਕਰੋ ਸੰਗਤ ਪਰ ਤੁਸੀਂ। ਔਰ ਸਾਡੇ ਜੀਵਨ ਜ਼ਿੰਦਗੀ ਵਿੱਚ ਤੰਦਰੁਸਤੀ ਬਖਸ਼ੋ, ਲੰਬੇ ਜੀਵਨ ਬਖਸ਼ੋ ਮਹਾਰਾਜ, ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅਸੀਂ ਤਾਂ ਐਦਾਂ ਬੇਨਤੀ ਕੀਤੀ ਸੀ। ਸਫਲ ਬਿਲੋਕਨ ਹੈ ਤੁਮਾਰਾ, ਸੁਣ ਸ਼੍ਰੀ ਮੁਖ ਤੇ ਬਚਨ ਉਚਾਰਾ। ਔਰ ਪ੍ਰੇਮ ਧਰੇ ਦਰਸ਼ਨ ਖੁਆਏ, ਅਸੀਂ ਤਾਂ ਤੁਹਾਡੇ ਦਰਸ਼ਨਾਂ ਦੇ ਪ੍ਰੇਮ ਦੇ ਵਿੱਚ ਆਏ ਆ। ਕਿਉਂਕਿ ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ, ਪਤਾ ਨਹੀਂ ਕਿਹੜੇ ਵਿਸ਼ੇ ਤੇ ਪਾਤਸ਼ਾਹ ਨੇ ਬਚਨ ਕਰਤਾ। ਕਹਿੰਦੀ ਅਸੀਂ ਤਾਂ ਪ੍ਰੇਮ ਦੇ ਵਿੱਚ ਦਰਸ਼ਨ ਕਰਨ ਆਏ ਆ, ਸਾਡੀਆਂ ਮਨੋਕਾਮਨੀਆਂ ਪੂਰੀਆਂ ਕਰੋ। ਸਫਲ ਬਿਲੋਕਨ ਹੈ ਤੁਮਾਰਾ, ਸੁਣ ਸ਼੍ਰੀ ਮੁਖ ਤੇ ਬਚਨ ਉਚਾਰਾ। ਮਹਾਰਾਜ ਤੁਹਾਡੇ ਦਰਸ਼ਨਾਂ ਨਾਲ ਸਾਡਾ ਜੀਵਨ ਸਫਲਾ ਹੋ ਜਾਵੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਆਪਣੇ ਪਿਆਰ ਦੇ ਵਿੱਚ ਕਹਿੰਦੇ ਹਨ, ਛੰਦ ਬਰਸੇ ਬਾਦਲ ਖੁਸ਼ੀ ਕਰ ਜਲ ਲੈ ਨਾ ਖੇਤ, ਚਾਤਰ ਚੁਪਕਾ ਹੋਏ ਰਹਿਓ ਕਿਆ ਬਾਦਲ ਹੇਤ। ਹੁਣ ਸਤਿਗੁਰ ਨੇ ਤਾਂ ਕੋਈ ਖੁਸ਼ੀ ਦੇ ਵਿੱਚ ਹੀ ਆ ਕੇ ਗੱਲ ਕੀਤੀ ਆ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਬਖਸ਼ੇ ਤਾਂ ਗੁਰ ਵਡਿਆਈ। ਬਾਬਾ ਜੀ ਕਹਿੰਦੇ ਵੀ ਅਸੀਂ ਕੀ ਕਰ ਸਕਦੇ ਆ। ਜਿਵੇਂ ਬੱਦਲ ਤਾਂ ਮੀਂਹ ਪਾਉਂਦਾ, ਥੱਲੇ ਧਰਤੀ ਉਹਨੂੰ ਗ੍ਰਹਿਣ ਨਾ ਕਰੇ, ਟਿੱਬਾ ਹੋਵੇ ਪਾਣੀ ਰੁੜ ਜਾਵੇ, ਕਹੋ ਸਤਨਾਮ। ਬੱਦਲ ਤਾਂ ਮੀਂਹ ਪਾਉਂਦਾ, ਜੇ ਧਰਤੀ ਗ੍ਰਹਿਣ ਨਾ ਕਰੇ ਫਿਰ ਮੈਂ ਕੀ ਕਰਾਂ। ਚਾਤਰਿਕ ਚੁਪਕਾ ਹੋਏ ਰਹੇ, ਚੁਪਕਾ ਚਾਤਰਿਕ ਮੂੰਹ ਬੰਦ ਕਰਕੇ ਬਹਿ ਜੇ ਤੇ ਜਿੰਨਾ ਮਰਜੀ ਮੀਂਹ ਪਈ ਜਾਵੇ, ਉਹਦੇ ਮੂੰਹ ਵਿੱਚ ਬੂੰਦ ਕਿਵੇਂ ਪਵੇ। ਚੰਦਨ ਪਰਉਪਕਾਰ ਹਿਤ ਬਨ ਰਹੇ ਸੁਚੇਤ, ਗੰਗਾ ਪਾਪਾ ਦੂਰ ਹਿਤ ਕਿਆ ਨਾਏ ਅਦੇਤ। ਔਰ ਕਹਿੰਦੇ ਚੰਦਨ ਜਿਹੜਾ ਹੈ ਉਹ ਪਰਉਪਕਾਰ ਵਾਸਤੇ ਆਪਣੀ ਖੁਸ਼ਬੂ ਛੱਡਦਾ ਹੈ। ਉਹਦੇ ਆਸੇ-ਪਾਸੇ ਜਿਹੜੇ ਦਰਖਤ ਖੁਸ਼ਬੂ ਨੂੰ ਗ੍ਰਹਿਣ ਕਰ ਲੈਂਦੇ ਨੇ, ਉਹਨਾਂ ਵਿੱਚੋਂ ਚੰਦਨ ਦਾ ਭੁਲੇਖਾ ਪੈਣ ਲੱਗ ਜਾਂਦਾ ਹੈ। ਪਰ ਚੰਦਨ ਕੀ ਕਰੇ ਜੇ ਬਾਂਸ ਗ੍ਰਹਿਣ ਨਾ ਕਰੇ, ਕਹੋ ਸਤਨਾਮ। ਬਾਂਸ ਚੰਦਨ ਦੀ ਖੁਸ਼ਬੂ ਨੂੰ ਗ੍ਰਹਿਣ ਨਹੀਂ ਕਰਦਾ। ਤੁਮ ਚੰਦਨ ਹਮ ਅਰੰਡ ਵਾਪਰੇ, ਸੰਗ ਤੁਮਾਰੇ ਵਾਸਾ, ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਤੁਹਾਡੀ ਖੁਸ਼ਬੂ ਸਾਡੇ ਵਿੱਚੋਂ ਵੀ ਚੱਲ ਪਈ, ਕਹੋ ਸਤਨਾਮ। ਆਪਾਂ ਤਾਂ ਰਿੰਡ ਵਰਗੇ ਆ ਨਾ। ਰਿੰਡ ਕੱਚੀ ਲੱਕੜ ਜਿਹਦਾ ਪੱਤਾ ਕੰਮਦਾ ਨਹੀਂ, ਲੱਕੜ ਕੰਮਦੀ ਨਹੀਂ, ਉਹ ਵੀ ਚੰਦਨ ਦੀ ਖੁਸ਼ਬੂ ਨੂੰ ਗ੍ਰਹਿਣ ਕਰ ਲੈਂਦਾ। ਬਾਂਸ ਆਪਣੇ ਜਣੇ ਬੜਾ ਸਖਤ ਹੈ, ਬੜਾ ਲੰਮਾ ਹੈ, ਤੇ ਬਾਂਸ ਵਰਗੇ ਕਈ ਹੰਕਾਰੀ ਬੰਦੇ ਆ ਜਿਹਨੂੰ ਗੁਰੂ ਦੀ ਖੁਸ਼ੀ ਗ੍ਰਹਿਣ ਨਾ ਕਰ ਸਕਣ। ਗੁਰੂ ਉੱਥੇ ਕੀ ਕਰੇ। ਸਤਿਗੁਰ ਸਾਚਾ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗੀ, ਜੋ ਬਾਂਸ ਬਜਾਈਆ ਫੂਕ। ਬਾਬਾ ਜੀ ਕਹਿੰਦੇ ਜੇ ਪਪੀਹਾ ਮੂੰਹ ਬੰਦ ਕਰਕੇ ਬੈਠਾ ਰਵੇ ਤੇ ਭਾਵੇਂ ਸਾਰੀ ਰਾਤ ਮੀਂਹ ਪਈ ਜਾਵੇ, ਤੇ ਮੀਂਹ ਹਟਣ ਤੋਂ ਬਾਅਦ ਕਰੇ ਪੀਓ 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 ਪੀਓ, ਫਿਰ ਰਸ ਕਿੱਥੋਂ ਹੋਣਾ ਆਵੇ। ਜਦੋਂ ਪੈਂਦਾ ਉਦੋਂ ਗ੍ਰਹਿਣ ਕਰਨਾ ਚਾਹੀਦਾ। ਭਾਵ ਗੁਰੂ ਜਦੋਂ ਗੱਲ ਕਰਦਾ ਨਾ, ਅੱਗੋਂ 7 ਵਚਨ ਕਹਿਣਾ ਚਾਹੀਦਾ, ਬਸ ਹੋਰ ਕੁਝ ਨਹੀਂ ਕੱਟਣਾ ਚਾਹੀਦਾ। ਗੱਲ ਕੱਟਣੀ ਨਹੀਂ ਚਾਹੀਦੀ। ਮਹਾਂਪੁਰਸ਼ਾਂ ਦੇ ਬਚਨ ਜਿਹੜੇ ਹੁੰਦੇ ਨੇ 7 ਵਚਨ ਕਹਿਣ ਵਾਲੇ ਹੁੰਦੇ ਆ, ਉਹਨਾਂ ਵਿੱਚ ਜ਼ਰੂਰ ਕੋਈ ਨਾ ਕੋਈ ਰਮਜ ਹੁੰਦੀ ਆ, ਕੋਈ ਸਤਨਾਮ। ਤਾਂ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰੂ ਵਿਚਾਰਾ ਕਿਆ ਕਰੇ, ਸਿੱਖ ਫਸਿਆ ਈਤ। ਹਾਂ, ਗੁਰੂ ਦੱਸੋ ਕੀ ਕਰੇ, ਸਿੱਖ ਤਾਂ ਧੰਦਿਆਂ ਵਿੱਚ ਫਸਿਆ ਹੋਇਆ। ਹੁਣ ਗੁਰੂ ਤਾਂ ਸਾਡੀ ਮੁਕਤੀ ਵੀ ਕਰਨੀ ਚਾਹੁੰਦਾ ਹੈ, ਨਾਮ ਦੀ ਦਾਤ ਦੇਣ ਨੂੰ ਫਿਰਦਾ ਹੈ, ਤੇ ਸਾਡੇ ਭਾਂਡੇ ਹੀ ਛੋਟੇ ਹੈ, ਅਸੀਂ ਸੰਸਾਰ ਦਾ ਸਮਾਨ ਹੀ ਮੰਗੀ ਜਾਂਦੇ ਹਾਂ, ਕੋਈ ਸਤਨਾਮ। ਫਿਰ ਉੱਥੇ ਗੁਰੂ ਕੀ ਕਰੇ। ਇਸ ਕਰਕੇ ਸਿੱਖ ਦਾ ਇਉਂ ਫਸਿਆ ਪਿਆ ਹੈ। ਮਿੱਠਾ ਦੇਵੇ ਬਾਲ ਨੂੰ ਉਹ ਮਾਗੇ ਰੀਤ। ਹਾਂ ਵਾਹਿਗੁਰੂ,
ਬੱਚੇ ਨੂੰ ਟੌਫੀ ਦਈਏ ਉਹ ਕਹੇ ਮੈਂ ਤਾਂ ਮਿੱਟੀ ਖਾਣੀ ਆ, ਕਹੋ ਸਤਨਾਮ। ਬੱਚੇ ਨੂੰ ਮਿੱਠਾ ਦਈਏ ਤੇ ਉਹ ਕਹੇ ਮੈਂ ਤਾਂ ਰੇਤਾ ਖਾਊਂਗਾ। ਗੁਰੂ ਸਾਹਿਬ ਕਹਿੰਦੇ ਮੈਂ ਸਿੱਖ ਨੂੰ ਦਾਤਾਂ ਦੇਣ ਨੂੰ ਫਿਰਦਾ ਦਰਗਾਹੀ, ਇਹ ਕਹਿੰਦਾ ਜੀ ਸਾਡੇ ਧੰਦੇ ਵਧੀਆ ਚੱਲਣ। ਘੜਾ ਲੱਜ ਹੱਥ ਖਸਮ ਦੇ, ਕਿਆ ਕੂਪ ਨਾ ਦੇਤ। ਔਰ ਘੜਾ ਜਿਹੜਾ ਹੈ, ਘੜੇ ਦਾ ਰੱਸਾ ਮਾਲਕ ਦੇ ਹੱਥ ਵਿੱਚ ਹੈ। ਹੁਣ ਮਾਲਕ ਜਿਹੜਾ ਹੈ ਘੜੇ ਨੂੰ ਵਗਾਵੇ, ਪੀਪਾ ਕਹਿ ਦਿਓ, ਘੜਾ ਤਾਂ ਨਾਲ ਵੱਜ ਕੇ ਟੁੱਟ ਜੂਗਾ ਨਾ। ਭਾਈ ਸਾਹਿਬ ਨੇ ਘੜਾ ਲਿਖਤਾ, ਚਲੋ ਖੈਰ ਕੁਝ ਵੀ ਹੈ। ਘੜੇ ਦੇ ਗਲ 'ਤੇ ਵੀ ਰੱਸਾ ਬੰਨ੍ਹ ਕੇ ਖੂਹ ਦੇ ਵਿੱਚੋਂ ਪਾਣੀ ਕੱਢਦੇ ਸੀ ਲੋਕ ਪਹਿਲਾਂ, ਟਿੰਡਾਂ ਦੇ ਨਾਲ ਵੀ ਕੱਢਦੇ ਸੀ, ਉਹ ਵੀ ਮਿੱਟੀ ਦੀਆਂ ਹੁੰਦੀਆਂ ਸੀ। ਤਾਂ ਪਾਤਸ਼ਾਹ ਜੀ ਕਹਿੰਦੇ ਘੜਾ ਲੱਜ ਹੱਥ ਖਸਮ ਦੇ, ਕਿਆ ਕੂਪ ਨਾ ਦੇਤ, ਕੀ ਖੂਹ ਪਾਣੀ ਨਹੀਂ ਦਿੰਦਾ। ਤੁਸੀਂ ਇੱਕ ਵਾਰੀ ਵਗਾਓ ਤਾਂ ਸਹੀ। ਬਾਪ ਮਾਏ ਹਿਤ ਕਿਆ ਕਰੇ, ਸੁਤ ਦੇਤ ਨਾ ਭੇਤ। ਔਰ ਮਾਂ ਪਿਓ ਕੀ ਕਰੇ ਜੇ ਪੁੱਤਰ ਆਪਦੀ ਜ਼ਿੰਦਗੀ ਦਾ ਭੇਤ ਨਾ ਦੇਵੇ, ਭਾਵ ਬਾਹਰ ਉਹਦੀ ਸੰਗਤ ਮਾੜੀ ਹੋਵੇ। ਤੇ ਮਾਂ ਪਿਓ ਕਦੋਂ ਚਾਹੁੰਦਾ ਕਿ ਮੇਰਾ ਜਵਾਕ ਖਰਾਬ ਨਿਕਲ ਜਾਵੇ। ਪਰ ਜੇ ਜਵਾਕ ਦੱਸੇ ਕੋਈ ਅੰਦਰਲੀ ਬਿਮਾਰੀ ਤੇ ਫੇਰ ਹੀ ਗੁਰੂ ਕੋਈ ਹੱਲ ਕਰੇ, ਮਾਂ ਪਿਓ ਹੱਲ ਕਰੇ ਉਹਦਾ। ਜੇ ਜਵਾਕ ਘਰੇ ਦੱਸੇ ਹੀ ਨਾ ਮਾਂ ਪਿਓ ਨੂੰ ਕਿ ਮੈਨੂੰ ਆਹ ਬਿਮਾਰੀ ਲੱਗ ਗਈ, ਜਾਂ ਆਹ ਸੰਗਤ ਮੇਰੀ ਮਾੜੀ ਹੈ, ਜਾਂ ਮੈਂ ਨਸ਼ੇੜੀ ਬਣ ਗਿਆ ਮੈਨੂੰ ਬਚਾਓ, ਤੇ ਮਾਂ ਪਿਓ ਫੇਰ ਹੀ ਬਚਾਵੇ। ਜੇ ਜਵਾਕ ਭੇਤ ਹੀ ਨਾ ਦੇਵੇ ਤੇ ਦੱਸੋ ਮਾਂ ਪਿਓ ਕੀ ਕਰੇ। ਜੇ ਸਿੱਖ ਗੱਲ ਨਾ ਮੰਨੇ ਤੇ ਗੁਰੂ ਕੀ ਕਰੇ। ਦੀਪਨ ਹਾਰੇ ਦੋਸ਼ ਕਿਆ, ਪੀਤ ਗਿਰਦੇ ਰੇਤ। ਹਾਂ, ਪਾਤਸ਼ਾਹ ਜੀ ਕਹਿੰਦੇ ਰੇਤੇ ਦੀ ਕੰਧ ਹੋਵੇ, ਲਿਪਣ ਵਾਲਾ ਥੋਬੇ ਭਰ ਭਰ ਕੇ ਮਾਰੀ ਜਾਵੇ। ਹੁਣ ਮਿੱਟੀ ਖੜਦੀਆਂ ਨਹੀਂ, ਬੀਬੀਆਂ ਨੂੰ ਪਤਾ, ਪਿੰਡਾਂ ਵਾਲੀਆਂ ਨੂੰ। ਪਿੰਡਾਂ ਦੀਆਂ ਕੰਧਾਂ ਕੱਚੀਆਂ ਲਿਪੀਆਂ ਜਾਂਦੀਆਂ ਸੀ। ਹੁਣ ਕੰਧ ਹੀ ਰੇਤੇ ਦੀ ਹੈ ਤੇ ਸਾਡਾ ਸਰੀਰ ਵੀ ਰੇਤੇ ਦੀ ਕੰਧ ਹੈ, ਇਹਨੇ ਵੀ ਇੱਕ ਦਿਨ ਡਿੱਗ ਜਾਣਾ। ਕਹੋ ਸਤਨਾਮ। ਕੰਧੀ ਉੱਤੇ ਰੁਖੜਾ, ਕਿਚੜ ਕਬੰਨੈ ਧੀਰ। ਕੰਧੀ ਦੇ ਭਾਵ ਕਿਨਾਰੇ ਤੇ ਪਾਣੀ ਵਗ ਰਿਹਾ ਨਾ, ਉਹਦੇ ਕਿਨਾਰੇ ਤੇ ਦਰਖਤ ਉੱਗ ਰਿਹਾ ਆਵੇ ਤੇ ਕਿਨਾਰਾ ਖੁਰਦਾ ਰਹਿੰਦਾ ਹੌਲੀ ਹੌਲੀ, ਤੇ ਦੱਸੋਗਾ ਦਰਖਤ ਕਿੰਨਾ ਚਿਰ ਖੜੂਗਾ ਉੱਥੇ। ਕਹੋ ਸਤਨਾਮ। ਐਸਾ ਹੀ ਸਾਡਾ ਜੀਵਨ ਹੈ। ਬਾਬਾ ਜੀ ਕਹਿੰਦੇ ਲਿਪਣ ਵਾਲਾ ਕੀ ਕਰੇ। ਹੁਣ ਗੁਰੂ ਤਾਂ ਸਾਨੂੰ ਬਚਾਉਣਾ ਚਾਹੁੰਦਾ, ਲਿਪਣਾ ਭਾਵ ਬਚਾਉਣਾ। ਤੇ ਜਦੋਂ ਕੰਧ ਹੀ ਰੇਤੇ ਦੀ ਹੈ, ਭਾਵ ਬੰਦਾ ਜੁੜਿਆ ਹੀ ਸੰਸਾਰ ਦੀ ਮਾਇਆ ਦੇ ਨਾਲ ਹੈ, ਤੇ ਫਿਰ ਲਿਪਣ ਵਾਲਾ ਕੀ ਕਰੇ। ਅਟਕਾ ਜਲਤਾ ਬੰਦੀ ਹੈ, ਜਾਂ ਬੰਧਨ ਕੇਤ। ਅਟਕਾ ਜਲਕਾ ਬੰਦੀ ਹੈ, ਜਾਂ ਬੰਧਨ ਕੇਤ। ਬੰਧ ਨਕੇਤ, ਨਕੇਤ ਹੁੰਦਾ ਘਰ। ਹੁਣ ਪਾਣੀ ਨੂੰ ਬੰਨਿਆ ਜਾ ਸਕਦਾ ਹੈ, ਮਿੱਟੀ ਦੇ ਨਾਲ ਅਟਕਾਇਆ ਜਾ ਸਕਦਾ ਹੈ, ਪਰ ਉਹਨੂੰ ਕਿਵੇਂ ਬੰਨੀਏ ਜੇ ਅੱਗੇ ਮਿੱਟੀ ਹੀ ਖੁਰਦੀ ਜਾਵੇ। ਕੰਨ ਵਡਿਆਈ ਦੇਤ ਕਿਸ, ਕਰ ਧੂੜੀ ਦੇਤ। ਵਾਹਿਗੁਰੂ। ਪਾਤਸ਼ਾਹ ਜੀ ਕਹਿੰਦੇ ਜਿਸ ਤਰ੍ਹਾਂ ਗਧਾ ਹੁੰਦਾ, ਖੜ ਹੁੰਦਾ ਗਧਾ। ਗਧੋ ਚੰਦਨ ਖੌਲੀਐ, ਭੀ ਸਾਹੂ ਸਿਓ ਹੇਤ। ਗਧੇ ਨੂੰ ਚੰਦਨ ਨਾਲ ਨਵਾ ਦਿਓ, ਜਾ ਕੇ ਲਿਟੂਗਾ ਰੂੜੀਆਂ ਤੇ। ਕਹੋ ਸਤਨਾਮ। ਕਹਿਣ ਲੱਗੇ ਦੱਸੋ ਭਾਈ ਕੀ ਕਰੀਏ। ਧਨ ਵਡਿਆਈ ਦੇ ਕਿਸ, ਇਹ ਧਨ ਨੇ ਕਿਹਨੂੰ ਵਡਿਆਈ ਦੇਣੀ ਆ। ਗਧੇ ਉੱਤੇ ਲੱਦ ਦਿਓ ਧਨ ਦੀਆਂ ਆਪਣੇ ਖੁਰਜੀਆਂ ਭਰ ਕੇ। ਜੋ ਖੁਰਜੀਆਂ ਲਾਹੋਗੇ ਤੇ ਉਹਨੂੰ ਧਨ ਦਾ ਕੋਈ ਫਾਇਦਾ ਤਾਂ ਨਾ ਹੋਇਆ, ਹੁਣ ਤਾਂ ਜਾ ਕੇ ਰੂੜੀ ਤੇ ਲਿਟਣਾ। ਕਹੋ ਸਤਨਾਮ। ਇਹ ਧਨ ਨੇ ਸਿੱਖੋ ਕਿਹਨੂੰ ਵਡਿਆਈ ਦਿੱਤੀ ਆ। ਭਾਵ ਸਤਿਗੁਰੂ ਸਿੱਖਾਂ ਦੇ ਕੋਈ ਵੱਡੀ ਬਖਸ਼ਿਸ਼ ਕਰਨੀ ਚਾਹੁੰਦੇ ਸੀ, ਵਚਨ ਕੀਤਾ ਦੇਵਾਂਗੇ, ਮਰਵਾਵਾਂਗੇ। ਪਤਾ ਨਹੀਂ ਉਹਨਾਂ ਦੇ 5 ਵਿਕਾਰਾਂ ਨੂੰ ਮਰਵਾਉਣ ਦੀ ਗੱਲ ਹੋਵੇ। ਕਹੋ ਸਤਨਾਮ। ਪਰ ਉਹਨਾਂ ਨੂੰ ਚਾਨਚੱਕ ਸਮਝ ਨਹੀਂ ਆਈ। ਕਹਿੰਦੇ ਮਹਾਰਾਜ ਅਸੀਂ ਤਾਂ ਕੁਛ ਹੋਰ ਕਿਹਾ ਸੀਗਾ। ਕਹਿੰਦੇ ਠੀਕ ਹੈ, ਫਿਰ ਮੈਂ ਕੀ ਕਰਾਂ ਭਾਈ। ਇਹ ਧਨ ਦੀ ਵਡਿਆਈ ਕਿਹਨੂੰ ਮਿਲਦੀ ਹੈ। ਤੁਹਾਡੀ ਤਾਂ ਗਧੇ ਵਾਲੀ ਗੱਲ ਹੈ। ਪਹਾੜ ਵਿਚਾਰਾ ਸੀਤ ਕਿਆ, ਜਾਂ ਚੁਲਕਾ ਦੇਤ। ਪਹਾੜ ਜਿਹੜਾ ਹੈ ਦਾਣੇ ਭੁੰਨਣ ਵਾਲਾ, ਭੱਠ ਵਾਲਾ। ਹੁਣ ਉਹ ਠੰਡ ਨੂੰ ਕਿਵੇਂ ਭਜਾਵੇ, ਕਿਉਂਕਿ ਜਿਹੜੀ ਅੱਗ ਹੈ ਉਹ ਬਹੁਤਾ ਚਿਰ ਘਾਹ ਦੀ ਚੱਲਦੀ ਨਹੀਂ। ਤਾਂ ਪਹਾੜ ਵਿਚਾਰਾ ਸੀਤ ਕਿਉਂ, ਜਾਂ ਝੁਲਕਾ ਦੇਤ। ਇਸ ਤਰ੍ਹਾਂ ਉਹ ਕਿਵੇਂ ਆਪਣੀ ਠੰਡ ਨੂੰ ਦੂਰ ਕਰੇ, ਕਿਉਂਕਿ ਘਾਹ ਦੀ ਅੱਗ ਤੁਹਾਨੂੰ ਪਤਾ ਹੈ, ਜਦੋਂ ਭੱਠੀ ਥੱਲੇ ਲਾਇਆ ਘਾਹ ਤੇ ਇੱਕਦਮ ਭਾਂਬੜ ਨਿਕਲਿਆ, ਅਗਲੇ ਮਿੰਟ ਵਿੱਚ ਖਤਮ। ਕੰਦੇ ਅਟ ਕੇ ਸਿੱਖ, ਸੁਣ ਪਰਿਵਾਰ ਸਮੇਤ। ਉਹ ਸਿੱਖੋ ਜਿਹੜੇ ਆ ਕੇ ਬੈਠੇ ਸੀ ਹੁਣੇ ਉਹਨਾਂ ਨੇ ਬੇਨਤੀ ਕੀਤੀ ਸੀ, ਪਿਸ਼ੌਰ ਵਾਲਿਆਂ ਨੇ,
ਪੱਛਮਾ ਇਲਾਕੇ ਵਾਲਿਆਂ ਨੇ ਕਹਿੰਦੇ ਸਿੱਖੋ ਤੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਇਹ ਗੱਲ ਉਹਨਾਂ ਦੀ ਨਹੀਂ ਆਪਣੀ ਵੀ ਆ। ਇੱਕ ਦਿਨ ਭਾਈ ਮਰਦਾਨਾ ਜੀ ਕਹਿੰਦੇ ਬਾਬਾ ਜੀ ਮੈਂ ਬੜਾ ਮੂਰਖ ਹਾਂ। ਕਹਿੰਦੇ ਕਿਉਂ? ਮੈਂ ਤੁਹਾਡੇ ਨਾਲ ਬਹੁਤਾ ਹੀ ਲੜਦਾ ਵੀ ਹਾਂ ਤੇ ਬੋਲਦਾ ਵੀ ਜ਼ਿਆਦਾ, ਪੁੱਛ ਗਿੱਛ ਵੀ ਬਾਹਲੀ ਕਰਦਾ, ਤੁਸੀਂ ਗੁੱਸੇ ਤਾਂ ਨਹੀਂ ਹੋ ਜਾਓਗੇ? ਕਹੋ ਸਤਨਾਮ। ਕਹਿੰਦੇ ਨਹੀਂ ਮਰਦਾਨਿਆ, ਮੈਂ ਘਰੋਂ ਹੀ ਇਰਾਦਾ ਕਰਕੇ ਚੱਲਿਆ ਕਿ ਮਰਦਾਨੇ ਨੂੰ ਕੁਛ ਨਹੀਂ ਕਹਿਣਾ, ਜੋ ਮਰਜ਼ੀ ਪੁੱਛੇ ਮੈਂ ਉਹਦਾ ਜਵਾਬ ਦੇਵਾਂਗਾ। ਤੇ ਮਰਦਾਨਿਆ ਤੇਰੇ ਸਵਾਲ ਤੇ ਮੇਰੇ ਜਵਾਬ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਦੇ ਵੀ ਕੰਮ ਦੀਆਂ ਗੱਲਾਂ ਹੋਣਗੀਆਂ, ਕਿਉਂਕਿ ਤੇਰੇ ਸਵਾਲ ਐਵੇਂ ਨਹੀਂ ਹੈਗੇ, ਇਹ ਦੁਨੀਆ ਦੇ ਸਵਾਲ ਹਨ। ਕਹੋ ਸਤਨਾਮ। ਇਹ ਫਿਰ ਜਿਵੇਂ ਜਿਵੇਂ ਸਾਡੇ ਇਤਿਹਾਸ ਨੂੰ ਲੋਕ ਪੜ੍ਹਨ ਸੁਣਨਗੇ, ਉਹਨਾਂ ਦੇ ਵੀ ਸਵਾਲਾਂ ਦਾ ਹੱਲ ਹੁੰਦਾ ਜਾਊਗਾ। ਇਹ ਇਤਿਹਾਸ ਬਣ ਜਾਣਾ ਆਪਣੀਆਂ ਗੱਲਾਂ। ਕੋਈ ਗੱਲ ਨਹੀਂ, ਖੁੱਲ੍ਹ ਕੇ ਗੱਲ ਪੁੱਛਿਆ ਕਰ, ਤੂੰ ਫਿਕਰ ਨਾ ਕਰ। ਇਸ ਕਰਕੇ ਬਾਬਾ ਜੀ ਕਹਿੰਦੇ ਧੰਦੇ ਵਿੱਚ ਅਟ ਕੇ ਸਿੱਖ ਸੁਣੋ ਪਰਿਵਾਰ ਸਮੇਤ, ਕਾਰੀਗਰ ਖਾਤੀ ਕਿਆ ਕਰੇ ਕਾਸ਼ਟ ਨਾਹੀ ਖੇਤ। ਔਰ ਜ਼ਿਮੀਂਦਾਰ ਕੀ ਕਰੇ ਜੇ ਉਹਦੇ ਖੇਤ ਵਿੱਚ ਲੱਕੜੀ ਨਾ ਹੋਵੇ? ਲੱਕੜ ਤੋਂ ਬਗੈਰ ਤਾਂ ਕੁਛ ਵੀ ਨਹੀਂ ਬਣਦਾ। ਫਿਰ ਉੱਥੇ ਕਾਸ਼ਟ ਭਾਵ ਕਾਰੀਗਰ, ਖਾਤੀ ਕਾਰੀਗਰ ਨੂੰ ਕਹਿੰਦੇ ਆ ਹਰਿਆਣੇ 'ਚ ਖਾਤੀ। ਉਹ ਕੀ ਕਰੇ? ਧੰਦੇ ਅਟ ਕੇ ਸਿੱਖ ਸੁਣ ਨਦੀ ਬਾਰ ਕਿਉਂ ਪੀਵੀਐ ਕੁੜੀਆਂ ਨਾ ਨੀਤ। ਔਰ ਇਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਨਦੀ ਦੇ ਵਿੱਚੋਂ ਪਾਣੀ ਕਿਉਂ ਪੀਏ? ਕਿਉਂ ਪੀਣ ਵਾਲਾ ਸਾਡੇ ਕੋਲ ਭਾਂਡਾ ਹੀ ਨਹੀਂ ਹੈ। ਖਾਣਾ ਕੀ ਕੋ ਪਕਣਾ ਜੇ ਅੱਗ ਨਾ ਨਕੀਤ। ਔਰ ਰੋਟੀ ਕਿਵੇਂ ਪੱਕੇ ਜੇ ਚੁੱਲ੍ਹੇ ਵਿੱਚ ਅੱਗ ਨਾ ਹੋਵੇ? ਬਿਨਾ ਸਮੇਂ ਤੇ ਬੁੱਧ ਨੇ ਕਿਆ ਹਟ ਗਹੀਤ। ਵਾਕਿਆ ਹੀ ਸਮੇਂ ਤੋਂ ਬਗੈਰ ਬੰਦੇ ਨੂੰ ਅਕਲ ਨਹੀਂ ਆਉਂਦੀ। ਲੋਕ ਕਹਿੰਦੇ ਆ ਬਦਾਮ ਖਾ ਕੇ ਅਕਲ ਆਉਂਦੀ ਹੈ, ਤੇ ਕਈ ਸਿਆਣੇ ਕਹਿੰਦੇ ਕਾਹਨੂੰ ਠੋਕਰਾਂ ਖਾ ਕੇ ਆਉਂਦੀ ਆ। ਕਹੋ ਸਤਨਾਮ। ਬਦਾਮ ਖਾ ਕੇ ਅਕਲ ਨਹੀਂ ਆਉਂਦੀ, ਠੋਕਰਾਂ ਖਾ ਕੇ ਆਉਂਦੀ ਆ, ਸੱਟਾਂ ਚੋਟਾਂ ਖਾ ਕੇ ਆਉਂਦੀ ਆ। ਬਾਬਾ ਜੀ ਵੀ ਕਹਿੰਦੇ ਬਿਨਾਂ ਸਮੇਂ ਤੇ ਬੁੱਧ ਨੇ, ਸਮੇਂ ਦੇ ਨਾਲ ਹੀ ਬੰਦੇ ਨੂੰ ਅਕਲ ਆਉਂਦੀ ਹੈ। ਬਿਨਾਂ ਸਮੇਂ ਤੇ ਬੁੱਧ ਨੇ ਕਿਹਾ ਹੱਠ ਕਾ ਹੇਠ, ਧੱਕੇ ਦੇ ਨਾਲ ਕੁਝ ਨਹੀਂ ਮਿਲਦਾਗਾ। ਸਮੇਂ ਦੇ ਪਹਿਲਾਂ ਔਰ ਭਾਗਾਂ ਤੋਂ ਜ਼ਿਆਦਾ ਕੁਛ ਨਹੀਂ ਮਿਲਦਾ। ਕਾਹੀ ਚੱਕਰ ਘੁਮਾਰ ਕਾ ਘੜ ਭਾਂਡੇ ਦੇਤ। ਸਾਡਾ ਮਨ ਹੀ ਘੁਮਿਆਰ ਦਾ ਚੱਕ ਬਣਿਆ ਪਿਆ, ਫੁਰਨੀਆਂ ਦੇ ਭਾਂਡੇ ਬਣਾਈ ਜਾਂਦਾ ਹੈ। ਮੌਕਾ ਆਖਣ ਰੀਸ ਹੈ ਫਿਰ ਮਨ ਹੀ ਚੇਤ। ਔਰ ਅਸੀਂ ਠੀਕ ਹੈ ਰੀਸੋ ਰੀਸ ਕਹਿ ਦਿੰਨੇ ਆ, ਫਿਰ ਮਨ ਕਰਕੇ ਸੋਚਦੇ ਹਾਂ। ਪਹਿਲਾ ਮੰਗੇ ਸੰਗਤੀ ਗੁਰ ਦੇ ਨਮ ਹੇਤ। ਔਰ ਪਹਿਲਾ ਮੰਗੇ ਸੰਗਤੀ ਗੁਰ ਦੇਨਮ ਹੇਤ। ਜੇ ਸਿੱਖ ਸੰਗਤ ਮੰਗੇ ਗੁਰੂ ਦੀ ਤਾਂ ਗੁਰੂ ਦੇਣ ਨੂੰ ਤਿਆਰ ਹੈ। ਕਰਮ ਕੜਾ ਕਾ ਹੱਥ ਕਾ ਮੋਹ ਮਾਰੇ ਸੀਤ। ਔਰ ਗੁਰੂ ਦੇਣ ਨੂੰ ਤਿਆਰ ਹੈ, ਪਰ ਕਰਮਾਂ ਦੀ ਚਪੇੜ ਵੱਜਦੀ ਹੈ। ਆਇਆ ਹੋਇਆ ਵੀ ਗਵਾਚ ਜਾਂਦਾ ਕਈ ਵਾਰੀ। ਇਹ ਕਰਮਾਂ ਦੀ ਚਪੇੜ ਹੀ ਹੈ ਨਾ। ਉਹਨਾਂ ਨੇ ਪਤਾ ਨਹੀਂ ਪਾਤਸ਼ਾਹ ਨੇ ਕਿਹੜੀ ਮੌਜ ਵਿੱਚ ਗੱਲ ਕੀਤੀ, ਉਹਨਾਂ ਨੇ ਅਗੜੋਂ ਕੱਟ ਦਿੱਤੀ। ਕਹੋ ਸਤਨਾਮ। ਕਹਿੰਦੀ ਗੁਰੂ ਤਾਂ ਦੇਣ ਨੂੰ ਤਿਆਰ ਹੈ, ਪਰ ਕਰਮਾਂ ਦੀ ਚਪੇੜ, ਕਰਮਾਂ ਦਾ ਕੜਾਕਾ ਜਿਹੜਾ ਹੈ ਉਸ ਨੂੰ ਮੋਹ ਮਾਰਿਆ ਸੇਤ ਉਹ ਤੋਂ ਪਿੱਛੇ ਰੱਖ ਦਿੰਦਾ ਹੈ। ਓ ਮਾਰ ਬਾਰ ਬਲਿਹਾਰ ਨੇ ਜੇ ਮਰ ਮਨ ਲੀਤ। ਮੈਂ ਬਾਰ-ਬਾਰ ਬਲਿਹਾਰੇ ਜਾਵਾਂ ਜੇ ਸਾਡਾ ਮਨ ਮੰਨ ਲਵੇ। ਭਾਵ ਗੁਰੂ ਨੇ ਕਿਹਾ ਤੇ ਸਤ ਬਚਨ ਕਹਿਣਾ ਹੀ ਬਣਦਾ। ਕਹੋ ਸਤਨਾਮ। ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਇੱਕੋ ਇਰਾਦਾ ਕਰ ਲਿਆ ਬਈ ਜੋ ਗੁਰੂ ਅੰਗਦ ਦੇਵ ਜੀ ਕਹਿਣਗੇ ਜੀ ਸੱਤ ਹੈ, ਤੇ ਗੁਰੂ ਅੰਗਦ ਦੇਵ ਜੀ ਨੇ ਵੀ ਇਹੀ ਇਰਾਦਾ ਕਰ ਲਿਆ ਬਾਬੇ ਨਾਨਕ ਕੋਲ ਰਹਿੰਦਿਆਂ ਹੋਇਆਂ ਬਈ ਮੈਂ ਕਦੇ ਬਾਬੇ ਨਾਨਕ ਨੂੰ ਇਹ ਨਹੀਂ ਕਹਿਣਾ ਜੀ ਐ ਕਿਵੇਂ ਹੋ ਸਕਦਾ। ਕਹੋ ਸਤਨਾਮ। ਜੋ ਗੁਰੂ ਕਰ ਸਕਦਾ ਉਹ ਹੋ ਸਕਦਾ, ਕੁਛ ਵੀ ਕਹਿ ਦੇਵੇ। ਜਿਵੇਂ ਇੱਕ ਦਿਨ ਸੰਗਤ ਬਹੁਤ ਆਈ ਤੇ ਲੰਗਰ ਮਸਤ ਹੋ ਗਿਆ। ਕਈ ਦਿਨ ਮੀਂਹ ਪੈਂਦਾ ਰਿਹਾ, ਲੱਕੜਾਂ ਸੁੱਕੀਆਂ ਨਹੀਂ ਸੀਗੀਆਂ, ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਸੇਵਾਦਾਰ ਸੀ ਉਦੋਂ ਲੈਣਾ ਜੀ, ਕਹਿੰਦੇ ਮਹਾਰਾਜ ਸੰਗਤ ਨੂੰ ਕੀ ਛਕਾਈਏ, ਲੰਗਰ ਸਾਰਾ ਮਸਤ ਹੋ ਗਿਆ, ਬਾਲਣ ਗਿੱਲਾ ਹੋ ਗਿਆ, ਤੇ ਸੰਗਤ ਨੂੰ ਲੱਡੂ ਛਕਾ ਦਿਓ ਭਾਈ। ਆਪਣੇ ਰੌ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਲੱਡੂ ਛਕਾ ਦਿਓ। ਸਾਰੇ ਚਮਕੇ ਵੀ ਲੱਡੂ ਤਾਂ ਕਦੇ ਪਕਾਏ ਨਹੀਂ ਆਪਾਂ। ਕਹਿੰਦੇ ਜੀ ਲੱਡੂ ਕਿੱਥੇ ਆ? ਕਹਿੰਦੇ ਉਹ ਕਿੱਕਰ ਨੂੰ ਕਿੰਨੇ ਲੱਗੇ ਪਏ ਆ ਲੱਡੂ। ਨਜ਼ਰ ਜਿਨ੍ਹਾਂ ਦੀ ਕੀਮੀਆਂ ਕੌਡੀਆਂ ਕਰਦੇ ਲਾਲ, ਉਹ ਪੀਲੇ ਪੀਲੇ ਫੁੱਲ ਲੱਗੇ ਕਿੱਕਰ ਨੂੰ। ਜਾ ਸ੍ਰੀ ਚੰਦ ਉੱਤੇ ਚੜ ਜਾ, ਹਿਲਾ ਕੇ ਆ ਇਹਨੂੰ।
कहने छड्ड बापू इत्थे कित्थे आ लड्डू। किसी होर नूं कहा, उहने भी केसर जी बट ली। बाबे ने मजाक जा करता। जो दो तिन्ना ने जवाब देता, कहने जा लैणे आ, तू हिला के आ। लैना तुर पिया। ते कहंदे एक सिख ने ਜਾਂ सतगुरां दे बच्चे ने ਉਹਦਾ चोला फड़ लिया पिछों, कहने बह जा। कहने क्यों? कहने मूर्खा कदे दरख्तां नूं मिठाइयां लगियां? कहने मैनू नहीं पता गा, मैनू हुक्म है किकर हिलाउण दा। डिगूगी तो वडियाई गुरु दी, ना डिगू तो गुरु जाने को सतनाम। मैनू की, मैनू सत वचन ये है कि हुक्म है भी हिला के आ। कहने लगे चंगा जा देख ला। चढ़ गया किकर ते उत्ते, चढ़ के आपां हिलाई, दरख्त हल जाता सारा। तो हिलाउण तो पहला कुछ सिखां ने थले चादरां भी विछातियां, कहो सतनाम साहिब। तो जिस वेले वो हिलाई गई किकर, जिहड़े फुल सी वो एडे एडे लड्डू बन के डिगे थले, तो सारी संगत ने छके। गुरु चाहे तो कुछ भी कर सकता है। पातशाह जी कहते हो बार बार बलिहार ने, मैं उन्हां तो बलिहारे जावां जिन्हां दा मन गुरु दी गल नूं मन लवे सच करके। सिखो मन नहीं बेचारी, तुमरे हित हम गिरा उचारी। हुण गल दसदे आ बाद विच पातशाह, कहंदे सुनो असीं तां तुहाडे भले दी गल कही सी। ठहरो मन ठहरावन कहियो, एकम अर्थ ना उर में लहियो। मैं कहा सी ठहरो, देवांगे मरवावांगे। ठहरो दा अर्थ सीगा थिर कर बैसो हरजन प्यारे, सतगुर तुमरे काल सवारे। मैं कहा सी मन नूं खड़ावांगे पहला। मुक्त तन सतगुर भले, ए भी अर्थ ना मत में मिले। देवांगे सोनू मुक्ति रूपी धन देण दी गल कीती सी, तुसीं ये भी गल दा अर्थ नहीं जानिया। मरवावेंगे कीनो चारे, अर्थ के काटे जन्म तुम्हारे। असीं सारे अगले पिछले लैण वाले नवे जन्म तुहाडे कट देने सी। अज जिन्ना पापां करके नवे जन्म हजे लैणे 84 ਲੱਖ जून भोगनी सी ना, वो ਇੱਥੇ कट देनी सी। पर ये भी नहीं समझे। कर को ही धंधा तुम चाहो, अजू शेष कर्म को रहियो। ਹੁਣ ਤੁਸੀਂ ਮੰਗਦੇ ਹੋ ਕਿ ਸਾਡੇ ਧੰਦੇ ਚੱਲ ਪੈਣ, ਇਹਦਾ ਮਤਲਬ ਹਜੇ ਤੁਸੀਂ ਫਸੇ ਹੋਏ ਹੋ ਕਰਮਾਂ ਦੇ ਵਿੱਚ। ਕੋਨਾ ਸੈਸਾ ਉਰ ਮੈਂ ਤਰੋ, ਬਿਲਮ ਕਛੂ ਨਾ ਉਤਾਵਲ ਕਰੋ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਤੁਹਾਡੇ ਰਹਿੰਦੇ ਕਰਮ ਵੀ ਕੱਟਾਂਗੇ। ਗੁਰੂ ਬੜਾ ਦਿਆਲ ਹੈ। सिख तो भुल हो सकती है, गुरु फिर बख्शदा है। अनकवार झिड़के वो भांति बौड़ पिता, गल लावे कहने लगे कोई नहीं शंका ना करो, काली ना करो। पर जो शब्द साथ लवलीना, हर कीर्तन तुमको गुरु दीना। ਤੁਹਾਨੂੰ गुरु ने जस दिता होया, शब्द नाल जुड़ो। तारूंगो जग सिद्क तुम्हारा, रहो सुचेत सो हुक्म उचारा। सुचेत रहो, ਤੁਹਾਡੇ ਸਿਦਕ ਦਾ ਸਦਕਾ ਤੁਹਾਨੂੰ ਸਭ ਨੂੰ ਤਾਰਾਂਗੇ। ਆਪੀ ਨਦੀ ਨਾ ਉਤਰੇ ਪਾਰ, ਬਸ ਹੈ ਅਨੰਦਪੁਰੀ ਉਰਾਰ। ਔਰ ਅਸੀਂ ਵੀ ਆਨੰਦਪੁਰੀ ਵਿੱਚ ਵਸਾਂਗੇ। ਸ਼੍ਰੀ ਅੰਮ੍ਰਿਤਸਰ ਪਹੁੰਚੋ ਨਾਹੇ, ਰਹੇ ਉਰੇ ਕੇ ਦੇਸ਼ਨ ਮਾਹੇ। ਅਸੀਂ ਵੀ ਉਹ ਤੁਹਾਡੀ ਵਿਚਾਲੇ ਨਦੀ ਉਹ ਪਾਰ ਨਹੀਂ ਕਰਾਂਗੇ। ਅਸੀਂ ਤੁਹਾਡੇ ਪਾਕਿਸਤਾਨ ਵਾਲੇ ਪਾਸੇ ਨਹੀਂ ਆਵਾਂਗੇ ਹਲੇ, ਭਾਵ ਅੰਮ੍ਰਿਤਸਰ ਨਹੀਂ ਆਵਾਂਗੇ। ਅਸੀਂ ਜਿਹੜਾ ਵਿਚਾਲੇ ਦਰਿਆ ਪੈਂਦਾ ਉਹਨੂੰ ਪਾਰ ਨਹੀਂ ਕਰਾਂਗੇ। ਅਸੀਂ ਵੀ ਨਦੀ ਪਾਰ ਨਹੀਂ ਕਰਾਂਗੇ ਔਰ ਅਨੰਦਪੁਰ ਹੀ ਰਹਾਂਗੇ। ਅੰਮ੍ਰਿਤਸਰ ਵਿੱਚ ਹਜੇ ਨਹੀਂ ਆਉਣਾ। इम सतगुर की बात सुहाए, सुनकर सिख मन मोह पछताए। तो सतगुरां ने जब दोबारे समझाया तो फिर पछताउण लगे। गुर को बाकना उचित हटावना, माने शरदा जुत सुख पावना। इस करके सिखो शरदा नाल गुरु दा वचन मान लेना चाहिए है। गुरु दे वचनां नूं कटना नहीं चाहिए। विचार अगली कल दे दीवाना विच सरवण करांगे। इत्थे रोकण दी आग्या बख्शो जी। बोलदियां ने एक आखर बाद घाट हो जाते। सिख संगतां ते सतगुरु बख्शण योग है, बख्श लेना। समाप्ति करिए। हे अच्युत हे पार ब्रह्म अविनाशी अगनास, हे पूरन हे सर्वमय पंजन गुणतास। हे संगी हे निरंकार, निर्गुण सब टेक। हे गोबिंद हे गुण निधान, जाके सदा विवेक। हे अपरंपर हर हरे, हो बनहार। हे संत कै सदा संग, आधार। हे ठाकुर हों दासरो, निर्गुण गुण नहीं कोय। नानक दीजै नाम दान। ये परोए
ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਬੱਤ ਸੰਗਤਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ।